ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾਰਪੁਰ ਸਾਹਿਬ ਤੋਂ ਅਚਲ ਬਟਾਲੀ ਪਹੁੰਚੇ। ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਜੋ ਇਤਿਹਾਸ ਆਪ ਜੀ ਲੜੀਵਾਰ ਸਰਵਣ ਕਰਦੇ ਆ ਰਹੇ ਹੋ, ਜਿੱਥੇ ਸਿੱਧ ਮੰਡਲੀ ਵੀ ਪਹੁੰਚੀ ਹੈ, ਜਿਹਦੇ ਵਿੱਚ ਮੰਗਲਨਾਥ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਗਿਆਨ ਹੈ, ਸੋਝੀ ਹੈ, ਉਹ ਆਪਣੇ ਸਿੱਧ ਮੰਡਲੀ ਨੂੰ, ਆਪਣੇ ਸਾਥੀਆਂ ਨੂੰ ਸਮਝਾਉਣਾ ਕਰਦਾ ਹੈ, ਪਰ ਮੰਗਲਨਾਥ ਨੂੰ ਸਮਝ ਆਈ, ਭੰਗਰਨਾਥ ਨੂੰ ਸਮਝ ਨਹੀਂ ਆਈ। ਇਸ ਲਈ ਭੰਗਰਨਾਥ ਹੰਕਾਰ ਦੇ ਨਾਲ ਭਰਿਆ ਹੈ। ਤੇ ਜਦੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਭੰਗਰਨਾਥ ਨੇ ਆਖਿਆ ਵੀ ਤੂੰ ਹੈ ਤਾਂ ਸਾਡੇ ਪੰਥ ਵਿੱਚ, ਪਰ ਤੂੰ ਗੱਲ ਗੁਰੂ ਨਾਨਕ ਸਾਹਿਬ ਦੀ ਕਰਦਾ ਹੈ। ਜਾਂ ਕਈ ਵਾਰੀ ਕਿ ਅਸੀਂ ਕਹਿ ਦਿੰਦੇ ਹਾਂ ਕਿ ਇਹ ਤੂੰ ਨਹੀਂ ਬੋਲ ਰਿਹਾ, ਜਿਹਦਾ ਤੂੰ ਪੱਖ ਬੋਲ ਰਿਹਾ ਹੈ ਤੇਰੀ ਬੋਲੀ ਵਿੱਚ, ਉਹਦੇ ਬੋਲ ਝਲਕਦੇ ਆ। ਇਸੇ ਤਰ੍ਹਾਂ ਭੰਗਰਨਾਥ ਨੇ ਹੰਕਾਰ ਵਿੱਚ ਆ ਕੇ ਆਖਿਆ ਤੂੰ ਭਾਵੇਂ ਸਾਡੀ ਸਿੱਧ ਮੰਡਲੀ ਦੇ ਵਿੱਚ ਰਹਿਣਾ ਹੈ, ਪਰ ਤੂੰ ਬੋਲੀ ਗੁਰੂ ਨਾਨਕ ਸਾਹਿਬ ਦੀ ਬੋਲ ਰਿਹਾ। ਪਰ ਤੈਨੂੰ ਵੀ ਅਸੀਂ ਇਹ ਦਿਖਾਵਾਂਗੇ, ਕਿਉਂਕਿ ਹੰਕਾਰ ਦੇ ਵਿੱਚ ਬੰਦਾ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਹੈ ਕਿ ਮੈਂ ਇਹ ਕਰਕੇ ਦਿਖਾ ਦਿਆਂਗਾ, ਮੈਂ ਇਸ ਤਰ੍ਹਾਂ ਕਰ ਦਿਆਂਗਾ, ਮੇਰੇ ਕੋਲ ਇੰਨੀ ਪਾਵਰ ਹੈ। ਕਿ ਹੰਕਾਰ ਦੇ ਬੋਲ ਨੇ ਜੋ ਭੰਗਰਨਾਥ ਨੇ ਵੀ ਇੱਥੇ ਬੋਲੇ ਨੇ। ਕਵੀ ਸੰਤੋਖ ਸਿੰਘ ਜੀ ਉਸ ਅਚਲ ਬਟਾਲੇ ਦੇ ਪ੍ਰਸੰਗ ਦਾ ਜ਼ਿਕਰ ਕਰਦੇ ਨੇ ਕਿ ਮੰਗਲਨਾਥ ਨੇ ਜੋ ਸਮਝਾਇਆ, ਭੰਗਰਨਾਥ ਨੇ ਅੱਗੋਂ ਹੰਕਾਰ ਵਿੱਚ ਆ ਕੇ ਬੋਲੇ। ਔਰ ਇਸੇ ਅਸਥਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਪਹੁੰਚੇ ਆ। ਅਗਲੇਰੇ ਇਤਿਹਾਸ ਦੇ ਵਿੱਚ ਕੀ ਕੁਝ ਵਰਤਦਾ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਤੁਝ ਦੇਖਤ ਹਮਰੇ ਭੈ ਜੀਤੀ। ਹੁਣ ਭੰਗਰਨਾਥ ਹੰਕਾਰ ਦੇ ਬੋਲ ਕੇ ਕਹਿੰਦਾ, ਮੰਗਲਨਾਥ ਤੇਰੇ ਦੇਖਦਿਆਂ ਅਸੀਂ ਇਹ ਮੇਲਾ ਜਿੱਤ ਲੈਣਾ ਹੈ। ਔਰ ਜਿਸ ਗੁਰੂ ਨਾਨਕ ਜੀ ਦੀ ਤੂੰ ਗੱਲ ਕਰਦਾ ਨਾ, ਤੇਰੇ ਦੇਖਦਿਆਂ ਅੱਜ ਅਸੀਂ ਉਹਨਾਂ ਨੂੰ ਹਰਾ ਦਿਆਂਗੇ, ਔਰ ਇੱਥੋਂ ਅਸੀਂ ਆਪਣੀ ਬਾਜੀ ਜਿਹੜੀ ਆ ਉਹ ਜਿੱਤ ਕੇ ਜਾਵਾਂਗੇ। ਉਹ ਨਿਸ਼ਚੈ ਆਏ ਪ੍ਰਤੀਤੀ। ਔਰ ਤੈਨੂੰ ਵੀ ਨਿਸ਼ਚਾ ਉਦੋਂ ਹੀ ਆਏਗਾ, ਤੈਨੂੰ ਵੀ ਵਿਸ਼ਵਾਸ ਉਦੋਂ ਹੀ ਆਏਗਾ ਕਿ ਸਾਡਾ ਜੋਗ ਮਤ ਵੱਡਾ ਹੈ। ਹਾਲਾਂਕਿ ਸੁਮੇਰ ਪਰਬਤ ਤੇ ਇਹ ਪਹਿਲਾਂ ਕਹਿ ਚੁੱਕੇ ਨੇ ਕਿ ਗੁਰੂ ਨਾਨਕ ਸਾਹਿਬ ਜੀ, ਜਿਹੜਾ ਤੁਹਾਡਾ ਜੋਗ ਮਤ ਮਨ ਦੇ ਤਲ ਤੇ ਹੈ, ਉਹ ਕਮਾਈ ਵੱਡੀ ਹੈ। ਅਸੀਂ ਸਰੀਰ ਕਰਕੇ ਜੋਗ ਮਤ ਧਾਰਨ ਕਰਕੇ ਵੱਖਰੇ ਵੱਖਰੇ ਆਸਣ ਲਾਉਂਦੇ ਰਹੇ, ਪਰ ਸਾਡੀ ਇੰਨੀ ਕਮਾਈ ਵੱਡੀ ਨਹੀਂ ਜਿੰਨੀ ਕਮਾਈ ਤੁਹਾਡੀ ਵੱਡੀ ਹੈ। ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਪਰ ਜਿਹੜਾ ਹੰਕਾਰ ਹੈ ਕਿ ਮੰਨਣ ਨਹੀਂ ਦਿੰਦਾ, ਇਹ ਜਿਹੜਾ ਹੰਕਾਰ ਹੈ ਇਹ ਸਭ ਤੋਂ ਵੱਡੀ ਰੁਕਾਵਟ ਹੈ ਕਿ ਝੁਕਦਾ ਨਹੀਂ। ਜਿਵੇਂ ਕਹਿੰਦੇ ਆ ਵੀ ਰੱਸੀ ਜਲ ਗਈ, ਵਲ ਨਹੀਂ ਗਿਆ, ਰੱਸੀ ਤਾਂ ਸੜ ਜਾਂਦੀ ਹੈ ਪਰ ਉਹਦਾ ਵਲ ਨਹੀਂ ਜਾਂਦਾ। ਇਹਨਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਕਮਾਈ ਵੱਡੀ ਹੈ, ਪਰ ਉਹ ਜਿਹੜਾ ਹੰਕਾਰ ਹੈ, ਉਹ ਹੰਕਾਰ ਇਹਨਾਂ ਨੂੰ ਨਿਵੜ ਨਹੀਂ ਦਿੰਦਾ। ਇਸ ਲਈ ਹੰਕਾਰ ਵਿੱਚ ਆ ਕੇ ਕਹਿੰਦਾ ਕਿ ਕੁਝ ਦੇਖਾ ਤਾਂ ਤੇਰੇ ਦੇਖਦਿਆਂ ਅਸੀਂ ਇਹ ਮੇਲਾ ਜਿੱਤ ਲੈਣਾ ਹੈ। ਤੈਨੂੰ ਵੀ ਯਕੀਨ ਭਰੋਸਾ ਉਦੋਂ ਹੀ ਆਵੇਗਾ। ਅਸ ਕਹਿ ਕਰ ਗਮਨੇ ਦਿੱਤਾਈ। ਇਸ ਤਰ੍ਹਾਂ ਹੰਕਾਰ ਦੇ ਬੋਲ ਕੇ ਭੰਗਰਨਾਥ ਕਹਿੰਦੇ ਨੇ ਉਸ ਪਾਸੇ ਨੂੰ ਚਲਾ ਗਿਆ ਜਿੱਧਰ ਮੇਲਾ ਲੱਗਾ ਹੈ, ਜਿਸ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਰਾਜਮਾਨ ਹਨ। ਰੱਬੜੀ ਕੋ ਭੀੜ ਉਤੀ ਹੋ ਜਾਈ। ਬਹੁਤ ਵੱਡੀ ਭੀੜ ਹੈ, ਭਾਵ ਲੋਕ ਇਸ ਮੇਲੇ ਦੇ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਪਹੁੰਚੇ ਹੋਏ ਹਨ। ਕਰਤ ਭਗਤੀਏ ਭਗਤ ਪ੍ਰਕਾਰਾ। ਕੁਝ ਭਗਤੀਏ ਦਾ ਅਰਥ ਹੁੰਦਾ ਜਿਹੜੇ ਰਾਸ ਲੀਲਾ ਕਰਨ ਵਾਲੇ ਨੇ, ਜਿਹੜੇ ਉਹ ਰਾਸ ਲੀਲਾ ਪੂਰੀ ਆਏ ਨੇ ਇਸ ਮੇਲੇ ਵਿੱਚ। ਉਹ ਵੀ ਆਪਣੇ ਰਾਸ ਧਾਰੀਏ ਜਿਹੜੇ ਨੇ, ਉਹ ਆਪਣੇ ਵੱਖਰੇ ਵੱਖਰੇ ਖੇਡ ਜਿਹੜੀ ਆ ਉਹ ਵਿਖਾ ਕੇ ਤੇ ਲੋਕਾਂ ਕੋਲੋਂ ਧਨ ਜਿਹੜਾ ਉਹ ਲੈ ਕੇ ਜਾਣ ਵਾਲੇ ਨੇ। ਹੁਣ ਜਿੱਧਰ ਗੁਰੂ ਸਾਹਿਬ ਬੈਠੇ ਆ, ਕਹਿੰਦੇ ਉੱਥੇ ਕਰਤ ਭਗਤੀਏ ਭਗਤ ਪ੍ਰਕਾਰਾ। ਜਿਹੜੇ ਰਾਸ ਧਾਰੀ ਨੇ ਉਹ ਕਹਿੰਦੇ ਨੇ ਆਪਣੀ ਜੋ ਉਹਨਾਂ ਨੇ ਟੀਮ ਤਿਆਰ ਕੀਤੀ ਹੈ ਉਸ ਰੂਪ ਵਿੱਚ ਉਹ ਖੇਡ ਰਹੇ ਹਨ। ਰਾਧਾ ਕ੍ਰਿਸ਼ਨ ਭੇਖ ਧਨਤਾ। ਕੋਈ ਉੱਥੇ ਰਾਧਾ ਦੇ ਰੂਪ ਵਿੱਚ ਹੈ, ਕੋਈ ਕ੍ਰਿਸ਼ਨ ਦੇ ਰੂਪ ਵਿੱਚ ਹੈ। ਇਸ ਤਰ੍ਹਾਂ ਰਾਸ ਧਾਰੀਏ ਰਾਸ ਕਹਿੰਦੇ ਨੇ ਕਰ ਰਹੇ ਹਨ। ਕੋਤਕ ਹੋਵਤ ਗੁਰੂ ਅਗਾਰੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੀ ਇਹ ਸਾਰਾ ਕੁਝ ਹੋ ਰਿਹਾ। ਇੱਕ ਪਾਸੇ ਸਿੱਧ ਮੰਡਲੀ, ਇੱਕ ਪਾਸੇ ਇਹ ਰਾਸ ਧਾਰੀਏ ਜੋ ਇਸ ਤਰ੍ਹਾਂ ਕਹਿੰਦੇ ਨੇ ਕੋਈ ਰਾਧਾ ਕੋਈ ਕ੍ਰਿਸ਼ਨ, ਅੱਗੋਂ ਉਹਨਾਂ ਦੇ ਜਿਹੜੇ ਸੇਵਕ ਨੇ ਉਹ ਬਣ ਕੇ ਦਿਖਾ ਰਹੇ ਹਨ। ਤਮਾਸ਼ੋ ਬਹੁ ਨਰ ਨਾਰੀ। ਬਹੁਤ ਲੋਕ ਜਿਹੜੇ ਇਸ ਮੇਲੇ ਵਿੱਚ ਆਏ ਹੋਏ ਨੇ, ਕਹਿੰਦੇ ਇਸ ਰਾਸਧਾਰੀਆਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੋ ਰਹੇ ਹਨ। ਅਧਿਕ ਭੀੜ ਪਰ ਰਹੀ ਚੁਪੇਰੇ। ਇਹਨਾਂ ਦੇ ਚਾਰ ਚੁਫੇਰੇ ਬਹੁਤ ਸਾਰਾ ਇਕੱਠ ਜਿਹੜਾ ਹੋਇਆ ਹੈ। ਅਰੇ ਹੁਣ ਕੋਥਾ ਹੋਣਾ ਰੇ। ਇੰਨਾ ਜ਼ਿਆਦਾ ਇਕੱਠ ਹੋ ਗਿਆ, ਇਹਨਾਂ ਵਾਲੇ ਪਾਸੇ ਵੀ ਖੜੇ ਨਾ, ਉੱਥੇ ਕੋਈ ਖਲੋਣ ਨੂੰ ਜਗ੍ਹਾ ਨਹੀਂ ਮਿਲ ਰਹੀ। ਕਵੀ ਜੀ ਕਹਿ ਰਿਹਾ ਖੜੇ ਹੋਣ ਕੋ ਥਾਉ ਨਾ ਹੀਰੇ, ਉੱਥੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਮਿਲ ਰਹੀ। ਇੰਨੇ ਲੋਕ ਇਹਨਾਂ ਰਾਸਧਾਰੀਆਂ ਨੂੰ ਵੇਖਣ ਲਈ ਆਏ ਹਨ। ਲక్ష్ਮੀ ਵਰਖ ਰਹੀ ਤੇ ਭਾਰੀ। ਔਰ ਚਾਰੇ ਪਾਸੇ ਤੋਂ ਇਹਨਾਂ ਦੇ ਉੱਪਰ ਲక్ష్ਮੀ ਵਰਸ ਰਹੀ ਹੈ, ਭਾਵ ਜਿਹੜੇ ਲੋਕ ਧਨ ਲੈ ਕੇ ਆਏ ਆ ਉਹ ਇਹਨਾਂ ਦੇ ਉੱਤੇ ਵਰਸਾ ਰਹੇ ਨੇ। ਜੋ ਇਹ ਰਾਸਧਾਰੀ ਇੱਥੇ ਆਪਣੀ ਖੇਡ ਰਹੇ ਆ, ਨੱਚ ਰਹੇ ਨੇ, ਗਾ ਕੇ ਸੁਣਾ ਰਹੇ ਨੇ। ਇਹਨਾਂ ਨੱਚਣ ਵਾਲੇ ਗਾਉਣ ਵਾਲਿਆਂ ਦੇ ਉੱਪਰ ਕਹਿੰਦੇ ਨੇ ਲੋਕ ਬੇਅੰਤ ਧਨ ਜਿਹੜਾ ਉਹ ਵਾਰ ਰਹੇ ਨੇ। ਜਾਂ ਇਹਨਾਂ ਨੇ ਕੋਈ ਭਾਂਡਾ ਜਿਹੜਾ ਉਹ ਰੱਖਿਆ ਉੱਥੇ, ਉਸ ਭਾਂਡੇ ਦੇ ਵਿੱਚ ਸਾਰੇ ਹੀ ਆਪਣੇ ਵੱਲੋਂ ਕੋਈ ਥੋੜਾ ਕੋਈ ਬਹੁਤਾ ਧਨ ਜਿਹੜਾ ਉਹ ਪਾ ਰਿਹਾ ਹੈ। ਸਰਬ ਦੇਤ ਕਰਚਿਤ ਉਧਾਰੀ। ਜਿੱਦ ਉਧਾਰੀ ਦਾ ਮਤਲਬ ਕਈ ਖੁੱਲੇ ਦਿਲ ਨਾਲ ਦੇ ਰਿਹਾ। ਕਈਆਂ ਨੂੰ ਇਹਨਾਂ ਰਾਸਧਾਰੀਆਂ ਦੀ ਇਹ ਜਿਹੜੀ ਲੀਲਾ ਹੈ ਇਹ ਬੜੀ ਪਸੰਦ ਆਈ, ਇਸ ਲਈ ਉਹ ਖੁੱਲੇ ਦਿਲ ਨਾਲ ਧਨ ਇਹਨਾਂ ਨੂੰ ਦੇ ਰਹੇ ਹਨ। ਅਸ ਮਹਿਮਾ ਕੋ ਬਿਕ ਪ੍ਰਸਾਏ। ਜਦੋਂ ਜੋਗੀਆਂ ਨੇ ਵੇਖਿਆ ਵੀ ਇਹ ਜਿਹੜੇ ਰਾਸਧਾਰੀਆਂ ਨੇ ਇਹ ਸਾਰਾ ਮੇਲਾ ਹੀ ਲੁੱਟ ਕੇ ਲੈ ਜਾਣਗੇ, ਤੇ ਜਿੰਨਾ ਵੀ ਧਨ ਹੈ ਭਾਂਡਾ ਇਹਨਾਂ ਦਾ ਭਰਿਆ ਪਿਆ ਤੇ ਆਸ-ਪਾਸ ਬੇਸ਼ੁਮਾਰ ਧਨ ਇਹਨਾਂ ਦੇ ਪਿਆ, ਹੁਣੇ ਖਿੱਚ ਗਏ। ਪਹਿਲਾਂ ਹੰਕਾਰ ਦੇ ਨਾਲ ਭਰਿਆ, ਦੂਜਾ ਮਨ ਵਿੱਚ ਹੈ ਕਿ ਅਸੀਂ ਮੇਲਾ ਲੁੱਟ ਕੇ ਲੈ ਜਾਣਾ। ਹੁਣ ਜਦੋਂ ਇਹਨਾਂ ਦਾ ਖਜ਼ਾਨਾ ਭਰਿਆ ਵੇਖਿਆ ਨਾ, ਤੇ ਇਹਨਾਂ ਦੀ ਵਾਹਵਾ ਹੁੰਦੀ, ਰਾਸਧਾਰੀਆਂ ਦੀ ਵਾਹਵਾ ਹੁੰਦੀ ਵੇਖੀ, ਇਹ ਖਿੱਚ ਗਏ। ਕਹਿੰਦੇ ਨੇ ਉਸ ਵੇਲੇ ਇਹ ਵਿਰੋਧ ਵਿੱਚ ਆਏ ਹਨ। ਜਰੀ ਨਾ ਜਾਏ ਜਰੇ ਪਛਤਾਏ। ਹੁਣ ਉਹ ਜਰਿਆ ਨਾ ਗਿਆ ਵੀ ਸਾਡਾ ਭਾਂਡਾ ਖਾਲੀ ਹੈ, ਸਾਡੇ ਵੱਲ ਕੋਈ ਆਇਆ ਨਹੀਂ, ਨਾ ਕੋਈ ਆਉਣ ਨੂੰ ਤਿਆਰ ਹੈ। ਤੇ ਇਹ ਜਿਹੜੇ ਰਾਸਧਾਰੀਏ ਨੇ ਇਹਨਾਂ ਦੀ ਲੀਲਾ ਸਾਰੇ ਵੇਖਣ ਨੂੰ ਆਏ, ਕਿੰਨਾ ਇਕੱਠ ਹੋਇਆ ਪਿਆ, ਕਿੰਨਾ ਧਨ ਇਹਨਾਂ ਦੇ ਉਤੋਂ ਵਾਰਿਆ ਜਾ ਰਿਹਾ। ਇਸ ਵਾਸਤੇ ਕਹਿੰਦੇ ਇਹਨਾਂ ਕੋਲੋਂ ਜਰਿਆ ਨਾ ਗਿਆ। ਹੁਣ ਜਿਹਦੇ ਅੰਦਰ ਸਬਰ ਨਹੀਂ ਹੋਏਗਾ ਉਹ ਕਦੇ ਦੂਜਿਆਂ ਦੀ ਖੁਸ਼ੀਆਂ ਨੂੰ ਜਾਣ ਨਹੀਂ ਸਕੇਗਾ। ਜਿਹਦੇ ਅੰਦਰ ਸਬਰ ਸੰਤੋਖ ਨਹੀਂ ਹੋਏਗਾ ਉਹ ਕਦੇ ਦੂਜਿਆਂ ਦੇ ਸੁੱਖ ਨੂੰ ਵੇਖ ਕੇ ਜਾਣ ਨਹੀਂ ਸਕੇਗਾ, ਖੁਸ਼ੀਆਂ ਨੂੰ ਵੇਖ ਕੇ ਜਾਣ ਨਹੀਂ ਸਕੇਗਾ, ਕਿਉਂਕਿ ਈਰਖਾ ਤੇ ਨਫ਼ਰਤ ਹੰਕਾਰ ਨਾਲ ਭਰਿਆ ਹੈ।
ਹੁਣ ਇਹ ਰਸਧਾਰੀਆਂ ਦਾ ਧਨ ਵੇਖ ਕੇ ਜਰ ਨਾ ਸਕੇ। ਪਾਵਕ ਜਿਸ ਪ੍ਰਕਾਰ ਕੀ ਘਟ ਬਰਸੇ ਇਹਦੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਇਹਨਾਂ ਨੂੰ ਮੱਥੇ ਵੱਟ ਪੈ ਗਿਆ ਵੀ ਇਹ ਕਿੱਥੋਂ ਆ ਗਏ। ਤੇ ਰਸਧਾਰੀਆਂ ਦੇ ਕੋਲ ਜਿਹੜਾ ਧਨ ਇਕੱਠਾ ਹੋਇਆ ਉਹ ਵੇਖ ਕੇ ਇਹਨਾਂ ਦਾ ਹੋਰ ਮਨ ਖਿੱਚ ਗਿਆ, ਮੱਥੇ ਵੱਟ ਪੈ ਗਿਆ। ਹੁਣ ਹਾਲਤ ਇਹਨਾਂ ਦੀ ਹੋ ਗਈ ਵੀ ਜਿਵੇਂ ਬਲਦੀ ਹੋਈ ਅੱਗ ਵਿੱਚ ਘਿਓ ਪਾ ਦਿੱਤਾ ਹੋਵੇ, ਤੇ ਜਦੋਂ ਬਲਦੀ ਹੋਈ ਅੱਗ ਵਿੱਚ ਘਿਓ ਪਾਓਗੇ ਤੇ ਅੱਗ ਮੱਠੀ ਠੰਡੀ ਨਹੀਂ ਪੈਗੀ, ਸਗੋਂ ਹੋਰ ਤੇਜ਼ ਹੋ ਜਾਏਗੀ। ਇਹਨਾਂ ਅੰਦਰ ਵੀ ਜਿਹੜੀ ਈਰਖਾ ਦੀ ਅੱਗ ਬਲਦੀ ਸੀ, ਕਹਿੰਦੇ ਉਹ ਧਨ ਵੇਖ ਕੇ ਰਸਧਾਰੀਆਂ ਦਾ ਇਹਨਾਂ ਦੇ ਅੰਦਰ ਈਰਖਾ ਦੀ ਅਗਨੀ ਹੋਰ ਤੇਜ਼ ਹੋ ਗਈ। ਸਿਧ ਨਾਰੀ ਸੋ ਬਿਦੀ ਤਬ ਸਰਸੇ ਜਿੰਨੇ ਵੀ ਇਹ ਸਿੱਧ ਕਹਿੰਦੇ ਹੰਕਾਰ ਨਾਲ ਭਰੇ ਸਨ, ਇਹਨਾਂ ਕੋਲੋਂ ਹੁਣ ਸਹਾਰਿਆ ਨਾ ਗਿਆ। ਨਿਰ ਤਕ ਨਿਕਟ ਜੋ ਲੋਟਾ ਹੋਈ ਇਹ ਜਿਹੜੇ ਰਸਧਾਰੀਏ ਆਪਣੀ ਰਾਸ ਲੀਲਾ ਦਿਖਾ ਰਹੇ ਸਨ, ਇਹਨਾਂ ਕੋਲ ਜਿਹੜਾ ਲੋਟਾ ਭਾਵ ਭਾਂਡਾ ਜਿਹੜਾ ਪਿਆ ਸੀ ਧਨ ਦੇ ਨਾਲ ਭਰਿਆ ਪਿਆ, ਜਦੋਂ ਉਹਨਾਂ ਵੱਲ ਇਹਨਾਂ ਦੀ ਨਜ਼ਰ ਗਈ ਹੈ ਉਤੋ ਦਰਬ ਸੋ ਪੂਰਨ ਸੋਈ ਉਹ ਪੂਰਾ ਭਰਿਆ ਪਿਆ। ਕਹਿੰਦੇ ਉਹ ਜਿਹੜਾ ਲੋਟਾ ਸੀ ਪੂਰੇ ਦਾ ਪੂਰਾ ਧਨ ਦੇ ਨਾਲ ਭਰਿਆ ਪਿਆ ਹੈ। ਭੰਗਰ ਨਾਥ ਗੁਪਤ ਤਬ ਵੈਕੈ ਉਹ ਭੰਗਰਨਾਥ ਹੰਕਾਰ ਨਾਲ ਵੀ ਭਰਿਆ, ਈਰਖਾ ਨਾਲ ਵੀ ਭਰਿਆ, ਔਰ ਅੰਦਰ ਕ੍ਰੋਧ ਦੀ ਅਗਨੀ ਵੀ ਬਲ ਰਹੀ ਹੈ, ਸਬਰ ਸੰਤੋਖ ਵੀ ਨਹੀਂ ਹੈ, ਔਰ ਇਹਨਾਂ ਦਾ ਧਨ ਵੀ ਦੇਖ ਕੇ ਡਰਿਆ ਨਾ ਗਿਆ। ਇਹਨੇ ਫਿਰ ਆਪਣੀ ਜਿਹੜੀ ਇਹਦੇ ਕੋਲ ਰਿੱਧੀ ਸਿੱਧੀ ਹੈ ਨਾ, ਉਸ ਦੇ ਮੁਤਾਬਕ ਕਹੂੰ ਦੁਰਾਇਓ ਲੋਟਾ ਲੈ ਕੇ ਉਹਨੇ ਉਹ ਲੋਟਾ ਜਿਹੜਾ ਸੀ ਉੱਥੋਂ ਦੀ ਛੁਪਾ ਦਿੱਤਾ। ਲੋਟਾ ਜਿਹੜਾ ਸੀ ਕਹਿੰਦੇ ਉੱਥੋਂ ਦੀ ਉਹਨੇ ਅਲੋਪ ਕਰਤਾ, ਜਾਂ ਕਹਿ ਲਓ ਕਿ ਲੁਕਾ ਦਿੱਤਾ। ਨਿਰ ਤਕ ਨਿਕਟ ਵਿਕਿਓ ਸੋ ਉਹ ਨਾਹੀ ਜਿਹੜੇ ਰਾਸਧਾਰੀ ਰਾਸ ਲੀਲਾ ਵਿਖਾ ਰਹੇ ਸੀ, ਨੱਚ ਕੇ ਵਿਖਾ ਰਹੇ ਸਨ, ਜਿਹੜੇ ਗਾ ਕੇ ਸੁਣਾ ਰਹੇ ਸੀ, ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਮਨ ਪ੍ਰਸੰਨ ਕਰ ਰਹੇ ਸਨ। ਜਦੋਂ ਉਹਨਾਂ ਨੇ ਵੇਖਿਆ ਕਿ ਸਾਡਾ ਧਨ ਵਾਲਾ ਲੋਟਾ ਕਿੱਥੇ ਗਿਆ, ਜਦੋਂ ਉਹਨਾਂ ਦੀ ਨਜ਼ਰ ਆਪਣੇ ਧਨ ਨਾਲ ਭਰੇ ਹੋਏ ਉਸ ਲੋਟੇ ਦੇ ਵੱਲ ਗਈ ਹੈ, ਵਿਸਰੀ ਭਗਤ ਝੂਠਤ ਵਰਮਾਈ ਉਹ ਸਭ ਕੁਝ ਭੁੱਲ ਗਿਆ ਉਹਨਾਂ ਨੂੰ। ਉਹ ਰਾਸਧਾਰੀ ਜਿਹੜੇ ਰਾਸ ਲੀਲਾ ਵਿਖਾ ਰਹੇ ਸੀ, ਉਹਨਾਂ ਨੂੰ ਨੱਚਣਾ ਭੁੱਲ ਗਿਆ, ਗਾਣਾ ਭੁੱਲ ਗਿਆ। ਸਾਰੇ ਇੱਕਦਮ ਖਲੋ ਗਏ, ਹੈਰਾਨ ਹੋ ਗਏ ਵੀ ਅਸੀਂ ਜੇ ਸਾਰੀ ਰਾਸ ਲੀਲਾ ਤਾਂ ਵਿਖਾ ਰਹੇ ਹਾਂ ਕਿ ਅਸੀਂ ਇੱਥੋਂ ਧਨ ਲੈ ਕੇ ਜਾਵਾਂਗੇ, ਪਰ ਉਹ ਧਨ ਨਾਲ ਭਰਿਆ ਹੋਇਆ ਲੋਟਾ ਸਾਨੂੰ ਦਿਖਾਈ ਨਹੀਂ ਦੇ ਰਿਹਾ। ਕਹਿੰਦੇ ਜਿੰਨੇ ਵੀ ਰਾਸਧਾਰੀਏ ਸਨ ਸਾਰੇ ਇੱਕਦਮ ਖਲੋ ਗਏ। ਕਹਿਣ ਲਗੇ ਲੋਟਾ ਕਿਨ ਲੀਨਾ ਉਸੇ ਵੇਲੇ ਪੁੱਛਣ ਲੱਗ ਪਏ ਵੀ ਸਾਡਾ ਜਿਹੜਾ ਧਨ ਨਾਲ ਭਰਿਆ ਹੋਇਆ ਲੋਟਾ ਹੈ, ਦੱਸ ਦਿਓ ਕਿਹਨੇ ਲਿੱਤਾ ਹੈ, ਕਿਹਦੇ ਕੋਲ ਹੈ, ਜਾਂ ਕਿਹਨੇ ਸਾਡੇ ਨਾਲ ਮਜ਼ਾਕ ਕੀਤਾ ਹੈ। ਕੋਜਤ ਭਏ ਰੋਰ ਬੜਕੀਨਾ ਕਹਿੰਦੇ ਨੇ ਬੜਾ ਉਹਨਾਂ ਨੇ ਆਪਣੇ ਵੱਲੋਂ ਪੁੱਛਿਆ, ਆਸ-ਪਾਸ ਨਜ਼ਰ ਦੇਖ ਘੁਮਾ ਕੇ ਵੇਖਿਆ ਕਿ ਕਿਤੇ ਲੋਟਾ ਇੱਧਰ ਪਿਆ ਹੋਵੇ, ਕਿਤੇ ਇੱਧਰਲੇ ਪਾਸੇ ਹੋਵੇ। ਚਾਰ ਚੁਫੇਰੇ ਉਹਨਾਂ ਨੇ ਨਜ਼ਰ ਘੁਮਾ ਕੇ ਵੇਖਿਆ, ਲੋਟਾ ਕਿਸੇ ਨੂੰ ਵੀ ਨਜ਼ਰ ਨਾ ਆਇਆ, ਕਿਸੇ ਨੂੰ ਪਤਾ ਹੀ ਨਹੀਂ। ਜਦੋਂ ਸਾਰੇ ਲੋਕਾਂ ਨੂੰ ਪੁੱਛਿਆ ਕਿਸੇ ਨੇ ਦੱਸਿਆ ਹੀ ਨਹੀਂ। ਕਹਿੰਦੇ ਬਹੁਤ ਵੱਡਾ ਰੌਲਾ ਪੈ ਗਿਆ। ਸਿਧਨਾ ਮਤ ਤਰ ਤਰ ਗਏ ਕਾਮੀ ਪਤਾ ਲੱਗਾ, ਇਹ ਪਤਾ ਕਿਹਨੂੰ ਲੱਗਾ? ਗੁਰੂ ਨਾਨਕ ਸਾਹਿਬ ਨੂੰ। ਇਹ ਜਿਹੜੇ ਆਪਣੇ ਆਪ ਨੂੰ ਸਿੱਧ ਕਹਾਉਂਦੇ ਆ, ਆਪਣੇ ਆਪ ਨੂੰ ਬੜੇ ਵੱਡੇ ਜੋਗੀ ਕਹਾਉਂਦੇ ਆ, ਅਸਲ ਵਿੱਚ ਅੰਦਰ ਮਤ ਸਰ ਈਰਖਾ ਨਾਲ ਭਰੇ ਪਏ ਆ। ਇਹਨਾਂ ਕੋਲੋਂ ਦੂਜਿਆਂ ਦੀਆਂ ਤਰੱਕੀਆਂ, ਦੂਜਿਆਂ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਹੁੰਦੀਆਂ। ਤੇ ਸਾਨੂੰ ਮਹਾਰਾਜ ਨੇ ਬਾਣੀ ਵਿੱਚ ਸਬਰ ਤੇ ਸੰਤੋਖ ਦਾ ਭੋਜਨ ਦੇ ਕੇ ਗਿਆ ਕਿ ਤੁਸੀਂ ਕਦੇ ਦੂਜਿਆਂ ਵੱਲ ਵੇਖ ਕੇ ਆਪਣਾ ਜੀ ਨਹੀਂ ਤਰਸਾਉਣਾ। ਜੇ ਦੂਜਿਆਂ ਵੱਲ ਵੇਖ ਕੇ ਆਪਣਾ ਜੀ ਤਰਸਾਓਗੇ ਤਾਂ ਸਾਨੂੰ ਆਪਣੇ ਸੁੱਖ ਵੀ ਦੁੱਖੀ ਨਜ਼ਰ ਆਉਣਗੇ। ਜਦੋਂ ਅਸੀਂ ਦੂਜਿਆਂ ਨੂੰ ਵੇਖਾਂਗੇ, ਦੂਜਾ ਬੰਦਾ ਸਾਡੇ ਨਾਲੋਂ ਕਈ ਗੁਣਾ ਵੱਧ ਦੁਖੀ ਹੋਵੇ ਪਰ ਸਾਨੂੰ ਉਹ ਸੁਖੀ ਲੱਗਦਾ ਹੈ, ਅਸੀਂ ਕਈਆਂ ਨਾਲੋਂ ਜ਼ਿਆਦਾ ਸੁਖੀ ਹੋਈਏ ਪਰ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੇ ਹਾਂ। ਇਸ ਲਈ ਸਾਨੂੰ ਸਬਰ ਜਿਹੜਾ ਉਹ ਗੁਰਬਾਣੀ ਦੇ ਵਿੱਚੋਂ ਦੀ ਦਿੱਤਾ ਕਿ ਤੂੰ ਇਹਨਾਂ ਕੋ ਸਬਰ ਰੱਖ, ਦੇਖ ਬਰਾਈ ਚੌਪੜੀ ਨਾ ਤਰਸਾਏ, ਜਿਉ ਤੂੰ ਦੂਜਿਆਂ ਦੀਆਂ ਚੌਪੜੀਆਂ ਵੇਖ ਕੇ ਆਪਣਾ ਜੀ ਨਾ ਤਰਸਾ। ਜੇ ਉਸ ਮਾਲਕ ਨੇ ਤੇਰੀ ਝੋਲੀ ਵਿੱਚ ਬਖਸ਼ਿਸ਼ ਪਾਉਣੀ ਆ ਤਾਂ ਕੋਈ ਤੇਰੇ ਕੋਲੋਂ ਖੋ ਨਹੀਂ ਸਕਦਾ। ਜੇ ਦੂਜਿਆਂ ਦੀ ਝੋਲੀ ਵਿੱਚ ਬਖਸ਼ਿਸ਼ ਪਾਈ ਆ ਤੇ ਉਹਨੂੰ ਵੇਖ ਕੇ ਸਾੜਾ ਨਾ ਪੈਦਾ ਹੋਵੇ। ਜਿੰਨਾ ਤੂੰ ਆਪਣੇ ਅੰਦਰ ਨੂੰ ਸਾੜੇਗਾ ਤੂੰ ਆਪਣੇ ਆਪ ਨੂੰ ਦੁਖੀ ਆਪ ਹੀ ਕਰੇਗਾ, ਔਰ ਫਿਰ ਇਹ ਜਿਹੜਾ ਜਰਿਆ ਨਾ ਗਿਆ, ਫਿਰ ਈਰਖਾ ਅੰਦਰ ਵੱਧ ਜਾਏਗੀ। ਉਹ ਫਿਰ ਈਰਖਾ ਦੇ ਵਸ ਹੋ ਕੇ ਪਤਾ ਨਹੀਂ ਕਿਹੜੇ ਤੂੰ ਗੁਗਰਮ ਕਰ ਬੈਠੇਗਾ। ਦੂਜਿਆਂ ਦੀਆਂ ਖੁਸ਼ੀਆਂ ਨਾ ਜਰੀਆਂ ਗਈਆਂ, ਫਿਰ ਪਤਾ ਨਹੀਂ ਕਿਹੜੇ ਪਾਪ ਅਪਰਾਧ ਤੂੰ ਕਰ ਬੈਠੇਗਾ। ਇਸ ਲਈ ਮਾਰੇ ਕਹਿੰਦੇ ਤੂੰ ਸਬਰ ਨਾਲ ਜੀ, ਦੂਸਰਿਆਂ ਦੀਆਂ ਖੁਸ਼ੀਆਂ ਦੇਖ ਕੇ ਜਾਣਾ, ਸਗੋਂ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਅਰਦਾਸ ਕਰ ਕਿ ਮਾਲਕ ਜੀ ਇਹਨਾਂ ਨੂੰ ਖੁਸ਼ੀਆਂ ਇਸੇ ਤਰ੍ਹਾਂ ਹੀ ਦਿੰਦੇ ਰਿਹਾ ਜੇ ਸਾਰੇ ਸੰਸਾਰ ਨੂੰ। ਵੈਸੇ ਤਾਂ ਗੁਰਬਾਣੀ ਪੜ੍ਹਨ ਵਾਲਾ ਇੱਕ ਦੋ ਦੀ ਗੱਲ ਨਹੀਂ ਕਰਦਾ, ਉਹ ਸਾਰੀ ਜਗਤ ਦੀ ਗੱਲ ਕਰਦਾ ਹੈ ਕਿ ਮਾਲਕ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਤੁਸੀਂ ਆਪਣੀ ਕਿਰਪਾ ਕਰੋ, ਜਿੱਥੇ ਮੈਨੂੰ ਰੱਖਣਾ ਉੱਥੇ ਸਾਰੇ ਜਗਤ ਦੇ ਜੀਆਂ ਨੂੰ ਰੱਖ ਲਓ। ਇੱਥੇ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਸਮਝ ਲਿਆ ਕਿ ਇਹ ਕੰਮ ਇਹਨਾਂ ਸਿੱਧਾਂ ਦਾ ਹੈ। ਸਰਬ ਜਾਣ ਕਰ ਅੰਤਰਜਾਮੀ ਜਦੋਂ ਅੰਤਰਜਾਮੀ ਧੰਨ ਗੁਰੂ ਨਾਨਕ ਸਾਹਿਬ ਜੀ ਸਮਝ ਗਏ ਕਿ ਇਹ ਭੰਗਰਨਾਥ ਦਾ ਕੀਤਾ ਹੋਇਆ ਕਾਰਾ ਹੈ। ਲੋਟਾ ਦਵੈ ਤਤਕੋਤ ਪੁਜਾਇਓ ਇਹ ਲੋਟਾ ਜਿਹੜਾ ਸੀ ਦਵੈ 7 ਕੋਸ, ਇਹਦੇ 7 ਦਾ ਅਰਥ 100 ਹੈ, 200 ਕੋਹ ਤੱਕ ਉਹ ਜਿਹੜਾ ਲੋਟਾ ਸੀ ਇਹਨੇ ਆਪਣੀ ਰਿੱਧੀ ਸਿੱਧੀਆਂ ਨਾਲ ਪਹੁੰਚਾ ਦਿੱਤਾ। ਨਾ ਗੁਮੈ ਕਰਕੇ ਸ਼ਕਤ ਟਿਕਾਇਓ ਰਿੱਧੀਆਂ ਸਿੱਧੀਆਂ ਜਿਹੜੀਆਂ ਸੀ ਜਿਹਨੂੰ ਮਾਰੇ ਨੇ ਆਖਿਆ ਨਹੀਂ ਇਸ ਗੁਰਮਤ ਦੇ ਰਾਹ ਤੇ ਇਹ ਰਿੱਧੀਆਂ ਸਿੱਧੀਆਂ ਨਹੀਂ ਚੱਲਦੀਆਂ, ਇਹ ਹੋਰ ਸਵਾਦ ਨੇ ਜਿਹੜੇ ਤੁਹਾਨੂੰ ਜੰਜਾਲਾਂ ਚ ਪਾ ਕੇ ਰੱਖਣਗੇ। ਰਿੱਧ ਸਿੱਧ ਅਵਰਾ ਸਾਧ ਹੈ, ਪਰ ਗੁਰਬਾਣੀ ਵਿੱਚ ਜਿਹੜੀ ਰਿੱਧੀ ਸਿੱਧੀ ਦੀ ਗੱਲ ਆਈ ਉਹ ਕਾਮਯਾਬੀ ਤੇ ਸਫਲਤਾ ਵਾਸਤੇ ਆਈ ਹੈ ਕਿ ਤੁਹਾਨੂੰ ਹਰ ਕਾਮਯਾਬੀਆਂ ਹਰ ਸਫਲਤਾਵਾਂ ਮਿਲਣਗੀਆਂ ਜਿਹਨੂੰ ਗੁਰਮਤ ਵਿੱਚ ਰਿੱਧੀ ਸਿੱਧੀ। ਪਰ ਜੋਗ ਮਤ ਅਨੁਸਾਰ ਜਿਹੜੀਆਂ ਇਹਨਾਂ ਕੋਲ ਰਿੱਧੀਆਂ ਸਿੱਧੀਆਂ ਨੇ ਉਹਦੇ ਕਰਕੇ ਇਹ ਹੰਕਾਰੀ ਵੀ ਨੇ ਤੇ ਵਿਕਾਰੀ ਵੀ ਨੇ। ਉਹਨਾਂ ਨੇ ਆਪਣੀ ਜੋ ਦੇ ਕੋਲ ਰਿੱਧੀ ਸਿੱਧੀ ਸੀ ਉਸ ਮੁਤਾਬਕ ਲੋਟਾ ਜਿਹੜਾ ਸੀ ਉਹ ਪਹੁੰਚਾਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝ ਗਏ। ਸ੍ਰੀ ਗੁਰੂ ਬਿਨਾ ਬਿਲਮ ਤੇ ਜਾਈ ਸਤਿਗੁਰੂ ਮਹਾਰਾਜ ਜੀ ਨੇ ਬਿਨਾਂ ਦੇਰੀ ਲਾਇਆ ਜਦੋਂ ਉਹਨਾਂ ਰਾਸਧਾਰੀਆਂ ਦੀ ਹਾਲਤ ਵੇਖੀ ਉਹਨਾਂ ਦੇ ਚਿਹਰੇ ਉਤਰ ਗਏ, ਜਿਨ੍ਹਾਂ ਦੇ ਚਿਹਰੇ ਖੁਸ਼ੀ ਨਾਲ ਖਿੜੇ ਪਏ ਸੀ ਵੀ ਅੱਜ ਜਿਹੜਾ ਅਚਲ ਬਟਾਲੇ ਦਾ ਮੇਲਾ ਹੈ, ਅੱਜ ਅਸੀਂ ਇੱਥੋਂ ਬਹੁਤ ਸਾਰਾ ਧਨ, ਕਿਉਂਕਿ ਉਹਨਾਂ ਦੀ ਮਿਹਨਤ ਹੈ, ਜੋ ਉਹ ਨੱਚ ਕੇ ਵਿਖਾ ਰਿਹਾ ਗਾ ਕੇ ਵਿਖਾ ਰਿਹਾ, ਉਹਨਾਂ ਦੀ ਮਿਹਨਤ ਹੈ ਕਿ ਅੱਜ ਅਸੀਂ ਆਪਣੀ ਮਿਹਨਤ ਨਾਲ ਧਨ ਇਕੱਠਾ ਕਰਕੇ ਲੈ ਜਾਵਾਂਗੇ। ਪਰ ਜਦੋਂ ਧਨ ਨਹੀਂ ਵੇਖਿਆ ਨਿਰਾਸ਼ ਹੋ ਗਏ, ਚਿਹਰੇ ਉਦਾਸ ਹੋ ਗਏ ਉਹਨਾਂ ਦੇ। ਗੁਰੂ ਸਾਹਿਬ ਜੀ ਨੇ ਕੀ ਕੀਤਾ? ਬਿਨਾਂ ਦੇਰੀ ਲਾਇਆ ਹਾਥ ਉਠਾਏ ਧੀਰ ਤੇ ਤਾਈ ਸਤਿਗੁਰੂ ਮਹਾਰਾਜ ਨੇ ਬਿਨਾਂ ਦੇਰੀ ਲਾਇਆ ਉਹ ਲੋਟਾ ਕਹਿੰਦੇ ਉੱਥੋਂ ਦੀ ਜਿੱਥੇ ਭੰਗਰਨਾਥ ਨੇ ਲੁਕਾਇਆ ਸੀ ਛੁਪਾਇਆ ਸੀ, ਮਹਾਰਾਜ ਨੇ ਅੰਤਰਜਾਮੀ ਸਤਿਗੁਰੂ ਮਹਾਰਾਜ ਨੇ ਉਹ ਲੋਟਾ ਹੱਥ ਵਿੱਚ ਲੈ ਇਹਨਾਂ ਰਾਸਧਾਰੀਆਂ ਦੇ ਅੱਗੇ ਰੱਖ ਦਿੱਤਾ। ਬਿਕ ਅਜਮਤ ਪ੍ਰਸਿੱਧ ਰਿਸਾਏ ਉਹ ਪਹਿਲੇ ਕ੍ਰੋਧ ਗੁੱਸੇ ਨਾਲ ਭਰੇ ਪਏ ਸੀ ਤੇ ਜਦੋਂ ਗੁਰੂ ਸਾਹਿਬ ਜੀ ਨੇ ਲੋਟਾ ਲਿਆ ਕੇ ਉਹ ਧਨ ਵਾਲਾ ਇਹਨਾਂ ਰਾਸਧਾਰੀਆਂ ਦੇ ਅੱਗੇ ਰੱਖੇ, ਇਹਨਾਂ ਦੇ ਅੰਦਰ ਕ੍ਰੋਧ ਹੋਰ ਵੱਧ ਗਿਆ। ਇਹ ਹੋਰ ਕਹਿੰਦੇ ਨੇ ਗੁੱਸੇ ਦੇ ਨਾਲ ਭਰ ਗਏ ਹਨ। ਚਰਚਾ ਹੈ ਤਾਂ ਨਿਕਲ ਚਲ ਆਏ ਭੰਗਰਨਾਥ ਕਹਿੰਦੇ ਨਹੀਂ ਹੁਣ ਗੁਰੂ ਨਾਨਕ ਸਾਹਿਬ ਨਾਲ ਆਮੋ ਸਾਹਮਣੇ ਬੈਠ ਕੇ ਚਰਚਾ ਕਰਨੀ ਪੈਣੀ, ਨਹੀਂ ਤਾਂ ਇਦਾਂ ਗੱਲ ਨਹੀਂ ਬਣਨੀ। ਇਹ ਚਰਚਾ ਨਾਲ ਹੀ ਇਹਨਾਂ ਨੂੰ ਹਰਾਉਣਾ ਪੈਣਾ। ਇਸ ਲਈ ਇਹ ਸਿੱਧ ਜਿਹੜੇ ਆ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਚੱਲ ਕੇ ਆਏ ਹਨ। ਭੰਗਰਨਾਥ ਆਪਣੇ ਆਤਮਾਨੀ ਜਿਹੜਾ ਆਤਮਾਨੀ ਮਾਨੀ ਮਨੇ ਹੰਕਾਰ ਅਤ ਹੰਕਾਰ ਨਾਲ ਭਰਿਆ ਪਿਆ ਹੈ, ਪੂਰਾ ਭਾਂਡਾ ਨੱਕੋ ਨੱਕ ਹੰਕਾਰ ਨਾਲ ਮਾਣ ਨਾਲ ਭਰਿਆ ਪਿਆ ਕਿ ਮੈਂ ਹਾਂ।
ਕਿਤੇ ਨੇ ਮਾਣ ਨਾਲ ਭਰਿਆ ਹੋਇਆ ਭੰਗਰਨਾਥ ਗੁਰੂ ਸਾਹਿਬ ਜੀ ਦੇ ਸਨਮੁਖ ਹੋਇਆ ਹੈ। ਰੀਤ ਗਿਆਨ ਤੈ ਏਕ ਨਾ ਜਾਣੀ। ਇਹਦੇ ਇੱਕ ਵੀ ਗਿਆਨ ਵਾਲੀ ਗੱਲ ਇਹਦੇ ਵਿੱਚ ਨਹੀਂ, ਕੇਵਲ ਤਨ ਦੀਆਂ ਸਮਾਧੀਆਂ ਲਾਉਣੀਆਂ ਇਹਨਾਂ ਨੂੰ ਆਉਂਦੀਆਂ, ਤਨ ਦੇ ਆਸਨ ਲਾਉਣੇ ਹੀ ਇਹਨਾਂ ਨੂੰ ਆਉਂਦੇ ਨੇ। ਔਰ ਜਿਹੜੇ ਤਨ ਦੇ ਆਸਨ ਲਾ ਕੇ ਥੋੜੇ ਬਹੁਤ ਇਹਨਾਂ ਕੋਲ ਰਿੱਧੀਆਂ ਸਿੱਧੀਆਂ ਉਹਦਾ ਹੀ ਮਾਣ ਕਰੀ ਜਾਂਦੇ ਆ, ਉਹਦਾ ਹੀ ਹੰਕਾਰ ਕਰੀ ਜਾਂਦੇ ਆ। ਕਬੀਰ ਸਾਹਿਬ ਨੇ ਕਿਹਾ ਸੀ ਕਦੇ ਵੀ ਜੇ ਥੋੜੀ ਬਹੁਤ ਪਾਵਰ ਮਿਲਦੀ ਆ ਨਾ, ਜੇ ਧਨ ਦੇ ਤਲ ਤੇ, ਜ਼ਮੀਨਾਂ ਦੇ ਤਲ ਤੇ, ਮਹਿਲਾਂ ਦੇ ਤਲ ਤੇ, ਕਿਸੇ ਵੀ ਤਲ ਤੇ ਪਾਵਰ ਮਿਲਦੀ ਆ, ਕਦੇ ਉਹਦਾ ਮਾਣ ਨਹੀਂ ਕਰਨਾ ਚਾਹੀਦਾ, ਕਦੇ ਹੰਕਾਰ ਨਹੀਂ ਕਰਨਾ ਚਾਹੀਦਾ। ਜੇ ਧਰਤੀ ਤੋਂ ਉੱਠ ਕੇ ਮਹਿਲਾਂ ਵਿੱਚ ਬੈਠੇ ਆ ਤੇ ਮਹਿਲਾਂ ਵਿੱਚ ਬੈਠ ਕੇ ਹੰਕਾਰ ਨਾ ਕਰੋ, ਆਉਣਾ ਫਿਰ ਧਰਤੀ ਤੇ ਹੀ ਪੈਣਾ। ਮਿੱਟੀ ਤੋਂ ਉੱਠੇ ਆ ਮਹਿਲਾਂ ਦੇ ਵਿੱਚ ਤੇ ਮਾੜੀ ਜਿਹੀ ਕਿਤੇ ਮਿੱਟੀ ਵੀ ਲੱਗ ਜਾਏ ਤੇ ਜਿਹਦੇ ਰਾਹੀਂ ਲੱਗੀ ਅਸੀਂ ਉਹਦਾ ਹਾਲ ਬੁਰਾ ਕਰ ਦਿੰਦੇ ਆ। ਦੋ ਗੱਲਾਂ ਸਮਝ ਲੈਣਾ ਭਗਤ ਕਬੀਰ ਸਾਹਿਬ ਤੇ ਬਾਬਾ ਫਰੀਦ ਸਾਹਿਬ। ਕਬੀਰ ਸਾਹਿਬ ਕਹਿੰਦੇ ਆ ਕਬੀਰ ਗਰਬ ਨਾ ਕੀਨੀ ਹੈ ਉੱਚਾ ਦੇਖ ਆਵਾਸ ਮਾਨੇ ਜਿਹਦੇ ਅੰਦਰ ਘਰ ਵਿੱਚ ਬੈਠਾ ਹੈ ਵੀ ਮੇਰਾ ਮਹਿਲ ਸਭ ਤੋਂ ਉੱਚਾ ਹੈ। ਤੂੰ ਏਡਾ ਉੱਚਾ ਮਹਿਲ ਵੇਖ ਕੇ ਆਪਣਾ ਘਰ ਟਿਕਾਣਾ ਵੇਖ ਕੇ ਗਰਬ ਨਾ ਕਰ, ਇੱਥੇ ਤਾਂ ਪਲਾਂ ਵਿੱਚ ਖੇਡ ਬਦਲ ਜਾਂਦੀ ਹੈ। कबीर गर्द ना कीजिए ऊंचा देख आवाज आज काल भोए लेटना ऊपर जामे घास अज नहीं तो कल जो जमीन विच तेनू दफनाया जां मिट्टी विच मिट्टी हो गया खाक हो गया उत्थे घाह उग पिया ते किसी ने उत्थे नहीं देखना भी इत्थे किहड़ा उच्चे महलां वाला पिया है। इसलिए बाबा फरीद साहब कहते फरीदा मैं भुलावा पग दा मत मैली हो जाए गहला रूह ना जाने सिर भी मिट्टी खाए। एक दिन इहनूं भी मिट्टी जिहड़ा मान नाल भरिया पिया है, जिहड़ा हंकार दे नाल भरिया पिया है, जिहड़ा आम इंसान नूं कुछ भी नहीं समझदा इन्ना हंकार अंदर भरिया पिया है। कहते ध्यान रख एक दिन इसे ही सिर नूं मिट्टी ने खा जाना है, एक दिन यही मिट्टी दे विच मिट्टी हो जाना है जिहड़ा तू हंकार दे नाल भरिया पिया है। हुण इत्थे भंगरनाथ हंकार नाल भरिया पिया जिन्हों बिल्कुल भी सोची नहीं, क्योंकि हंकार ने अकल ते पड़दा पाता, अकल ते पड़दा पा दित्ता, इहनूं बिल्कुल भी सोची नहीं है। विमल दूध में काजी पाई आउंदे अनुसार पता की कहंदा, कहंदा गुरु नानक साहब जी नूं नानक तबा जी तुसीं अज की कीता, तुसीं गुज्जल दुੱਧ ਵਿੱਚ ਕਾਂਜੀ ਪਾ ਦਿੱਤੀ ਹੈ। हंकार नाल भरिया गुस्से नाल भरिया आके बोलदा है कहंदे बेमल मल तो रह भाव गुज्जल ਜਿਹੜਾ ਇਹ ਗੁੱਜਲ ਦੁੱਧ ਸੀ ਮੈਂ ਕਾਂਜੀ ਪਾਈ, ਤੁਸੀਂ ਇਹਦੇ ਵਿੱਚ ਕਾਂਜੀ ਪਾ ਦਿੱਤੀ ਹੈ। ਸਗਰੋ ਕਿਟ ਗਇਓ दूध ਗਵਾਈ ਉਹ ਤੁਹਾਡੇ ਇਸ ਕਾਂਜੀ ਪਾਉਣ ਨਾਲ ਦੁੱਧ ਫਟ ਗਿਆ ਸਾਰਾ, ਦੁੱਧ ਜਿਹੜਾ ਸੀ ਉਹ ਕਿਸੇ ਕੰਮ ਦਾ ਨਾ ਰਿਹਾ। ਮਾਰੋ ਮਦਨ ਕਰੇ ਜੋ ਤਾਈ ਹੁਣ ਜਿਹੜਾ ਦੁੱਧ ਫਟ ਗਿਆ ਉਹਨੂੰ ਮੱਖਣ ਮੈਨੇ ਰਿੜਕਣਾ, ਜਦੋਂ ਉਹਨੂੰ ਰਿੜਕਿਆ ਜਾਵੇਗਾ ਮੱਖਣ ਕਿਤ ਵਿਦ ਪਾਵੇ ਨਹੀਂ। ਹੁਣ ਉਹਦੇ ਵਿੱਚੋਂ ਮੱਖਣ ਨਿਕਲਣਾ ਨਹੀਂ। ਮੱਖਣ ਕੀ ਹੈ ਹੈ ਜੇ ਦੁੱਧ ਸਲਾਮਤ ਰਹੇਗਾ ਉਹਨੂੰ ਜਾਗ ਲੱਗੇਗਾ ਤਾਂ ਹੀ ਰਿੜਕ ਕੇ ਉਹਦੇ ਚੋਂ ਮੱਖਣ ਨਿਕਲਣਾ ਹੈ। ਤੇ ਜੇ ਦੁੱਧ ਫਟ ਗਿਆ ਦੁੱਧ ਕਿਸੇ ਕੰਮ ਦਾ ਨਾ ਰਿਹਾ ਤੇ ਜਿੰਨੀ ਮਰਜ਼ੀ ਉਹਨੂੰ ਵਧਾਣੀ ਮਾਰੀ ਜਾਓ ਮੱਖਣ ਨਹੀਂ ਨਿਕਲਣਾ। ਹੁਣ ਇਹ ਗੁਰੂ ਸਾਹਿਬ ਜੀ ਅੱਗੇ ਬੋਲ ਰਹੇ ਭਾਈ ਗੁਰਦਾਸ ਜੀ ਨੇ ਵੀ ਇਸੇ ਤਰ੍ਹਾਂ ਜ਼ਿਕਰ ਕੀਤਾ ਕਿ ਇਹ ਉੱਠ ਕੇ ਕ੍ਰੋਧ ਨਾਲ ਆਏ ਆ ਕੇ ਕਹਿੰਦੇ ਤੁਸੀਂ ਦੁੱਧ ਵਿੱਚ ਕਾਂਜੀ ਪਾਤੀ ਹੈ, ਦੁੱਧ ਫਟ ਗਿਆ। ਹੁਣ ਇਹਨੂੰ ਜਦੋਂ ਤੁਸੀਂ ਰਿੜਕੋਗੇ ਤੇ ਮੱਖਣ ਕਿਵੇਂ ਮਿਲੇਗਾ? ਮੱਖਣ ਦਾ ਅਰਥ ਹੈ ਪਰਮੇਸ਼ਵਰ और कांजी का अर्थ है भी तुसीं पहला फकीरी जोड़ा पाया हुण गृहस्थ वाला जोड़ा पा लिया, पहला तुसीं फकीरी वाला जोड़ा पा के जाके खुलासा कर दिया कहने लगे तुसीं कांजी पा दी दुध फट गया इहदे विचों मक्खण नहीं मिलेगा क्योंकि पहला तुसीं पूरब पहला उदासी वाला बाणा जिहड़ा पा के तुसीं पहला फिरदे रहे क्योंकि पता ना सवेर पर्वत ते मेल होया सी ताईं ते मंगलनाथ ने आख्या सी कि उत्थे भी तुसीं गलती कीती है इत्थे दोबारा वो गलती ना दोहराओ। उत्थे भी सानू निभना पिया ते इत्थे भी निभना पेगा। इहदे नालों चंगा इह भी हंकार छड्ड के गुरु साहिब दे चरनां च पै रहीए। पर भंगरनाथ समझिया नहीं, आउंदे अनुसार कीता तुसीं की कीता ਤੁਸੀਂ ਪਹਿਲਾਂ ਉਦਾਸੀ ਵਾਲਾ ਭੇਖ ਬਣਾਇਆ ਸੀ। ਇਹ ਕੋ ਫਕੀਰੀ ਤਨ ਮੈਂ ਕਰਿਓ ਤੁਹਾਡੇ ਤਨ ਉੱਤੇ ਅਸੀਂ ਫਕੀਰੀ ਜੋੜਾ ਪਹਿਨਿਆ ਵੇਖਿਆ ਹੈ। ਦੇਸ਼ ਵਿਦੇਸ਼ਾਂ ਦੇ ਰਖਣੋ ਕੀਨੋ ਔਰ ਤੁਸੀਂ ਦੇਸ਼ਾਂ ਵਿਦੇਸ਼ਾਂ ਦੂਰ ਦੁਰਾਡੇ ਚਾਰੇ ਦਿਸ਼ਾਵਾਂ ਦੇ ਵਿੱਚ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ ਤੁਸੀਂ ਚਾਰੇ ਦਿਸ਼ਾਵਾਂ ਵਿੱਚ ਘੁੰਮ ਫਿਰ ਕੇ ਆਏ ਹੋ। ਨਿਜਾ ਉਪਦੇਸ਼ ਨਰਨ ਕੋ ਦਿਨੋ ਔਰ ਤੁਸੀਂ ਬੜਾ ਆਪਣਾ ਉਪਦੇਸ਼ ਨਰਨ ਲੋਕਾਂ ਨੂੰ ਦਿੱਤਾ, ਪੂਰਬ ਵਾਲੇ ਪਾਸੇ ਪੱਛਮ ਵਾਲੇ ਪਾਸੇ ਉੱਤਰ ਦੱਖਣ ਚਾਰੇ ਪਾਸੇ ਚਾਰੇ ਵਰਨਾਂ ਦੇ ਲੋਕਾਂ ਨੂੰ ਤੁਸੀਂ ਬੜਾ ਉਪਦੇਸ਼ ਦੇ ਕੇ ਆਏ ਹੋ। ਬਿਰਕਤ ਭਇਓ ਤਜ ਸਰਬ ਪਰਿਵਾਰਾ ਔਰ ਆਪਣੇ ਪਰਿਵਾਰ ਨੂੰ ਵੀ ਤਿਆਗ ਕੇ ਤੁਸੀਂ ਇਹ ਸਾਰੇ ਸੰਸਾਰ ਦੀ ਯਾਤਰਾ ਕੀਤੀ ਹੈ। ਉਹ ਭੰਗਰਨਾਥ ਹੰਕਾਰ ਵਿੱਚ ਤੇ ਕ੍ਰੋਧ ਵਿੱਚ ਭਰਿਆ ਬੋਲਦਾ ਹੈ ਕਹਿ ਲਗੇ ਤੁਸੀਂ ਆਪਣਾ ਪਰਿਵਾਰ ਵੀ ਤਿਆਗ ਕੇ ਜਿਹੜਾ ਉਹ ਸਾਰੇ ਸੰਸਾਰ ਭਰ ਵਿੱਚ ਫਿਰਦੇ ਰਹੇ ਹੋ। ਕੀ ਨਾ ਫਕੀਰੀ ਜਗਤ ਬਜਾਰਾ ਇਹਨਾਂ ਨੇ ਇਸ ਜਗਤ ਵਿੱਚ ਪਹਿਲਾਂ ਫਕੀਰੀ ਵਾਲਾ ਭੇਖ ਬਣਾ ਕੇ ਸਾਰੇ ਸੰਸਾਰ ਵਿੱਚ ਵਿਚਰੇ ਹੋ। ਅਬ ਤੈ ਪਹਿਲੇ ਚੀਰ ਸੰਸਾਰੀ ਅਬ ਹੁਣ ਤੁਸੀਂ ਸੰਸਾਰੀ ਵਸਤਰ ਪਾ ਲਏ, ਹੁਣ ਤੁਸੀਂ ਇਹ ਸੰਸਾਰੀ ਜਿਹੜਾ ਪਹਿਰਾਵਾ ਪਾ ਕੇ ਬੈਠੇ ਹੋ। ਅਬੈ ਕਰ ਬੈਠੇ ਹੋ ਵੱਡੇ ਪਰਿਵਾਰੀ ਹੁਣ ਪਰਿਵਾਰ ਵੀ ਜਿਹੜਾ ਉਹ ਤੁਹਾਡੇ ਕੋਲ ਹੈ, ਤੁਹਾਡੇ ਨਾਲ ਹੈ ਅਸੀਂ ਸੁਣਿਆ ਤੇ ਤੁਸੀਂ ਸੰਸਾਰੀਆਂ ਵਾਲਾ ਪਹਿਰਾਵਾ ਵੀ ਪਾ ਲਿਆ। ਤਤ ਰੂਪ ਪਹਿਚਾਨਿਓ ਨਹੀਂ ਇਸ ਲਈ ਤੁਹਾਨੂੰ ਕਿਹਾ ਵੀ ਤੁਸੀਂ ਦੁੱਧ ਵਿੱਚ ਕਾਂਜੀ ਪਾ ਦਿੱਤੀਆਂ ਤੇ ਹੁਣ ਰਿੜਕਣ ਨਾਲ ਮੱਖਣ ਨਹੀਂ ਕਰਨਾ। ਭਾਵ ਤਤ ਰੂਪ ਪਹਿਚਾਨਿਓ ਨਹੀਂ, ਆਪ ਤਤ ਨੂੰ ਸਮਝਦਾ ਨਹੀਂ ਤੇ ਸਮਝਾ ਗੁਰੂ ਨਾਨਕ ਸਾਹਿਬ ਨੂੰ ਰਿਹਾ। ਬੜੀ ਵਾਰ ਜ਼ਿਕਰ ਕੀਤਾ ਜਦੋਂ ਇਦਾਂ ਦੀਆਂ ਵਿਚਾਰਾਂ ਆਉਂਦੀਆਂ ਨੇ ਤੇ ਨਾਲ ਜ਼ਰੂਰ ਹੱਥ ਜੋੜ ਬੇਨਤੀ ਕਰੀਦੀ ਹੈ ਵੀ ਅਸੀਂ ਗੁਰੂ ਘਰ ਵਿੱਚ ਕਦੇ ਮੱਤ ਦੇਣ ਨਹੀਂ, ਅਸੀਂ ਗੁਰੂ ਸਾਹਿਬ ਜੀ ਕੋਲੋਂ ਮੱਤ ਲੈਣ ਵਾਸਤੇ ਆਏ ਹਾਂ। ਇੱਥੇ ਜਿੰਨੀ ਵਾਰ ਨਹੀਂ ਆਈਏ, ਇੱਕ ਵਾਰ 20 ਵਾਰ 100 ਵਾਰ ਸਾਰੀ ਜ਼ਿੰਦਗੀ ਆਉਂਦੇ ਰਹੀਏ, ਸਾਰੀ ਜ਼ਿੰਦਗੀ ਭਾਵੇਂ ਕਥਾ ਕੀਰਤਨ ਕਰਦੇ ਆ ਜਾਂ ਸੁਣਦੇ ਆ ਲੱਗ ਜਾਏ, ਜਿੰਨੀ ਵਾਰ ਨਹੀਂ ਆਈਏ ਤੇ ਇੱਕੋ ਹੀ ਬੇਨਤੀ ਹੋਵੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਓ ਵਿਕਮ ਨਦੀ ਜਾਏ ਤਰਨੀ। ਜਿਸ ਦਿਨ ਆ ਕੇ ਆਪਣੇ ਮਾਣ ਦਾ ਭਰਿਆ ਅੰਦਰ ਹੰਕਾਰ ਦਾ ਪ੍ਰਗਟਾਵਾ ਕਰ ਦਿੱਤਾ ਨਾ ਮੈਂ ਬਹੁਤ ਵੱਡਾ ਗਿਆਨੀ ਹਾਂ, ਮੈਂ ਬਹੁਤ ਵੱਡਾ ਧਿਆਨੀ ਹਾਂ, ਮੈਂ ਬਹੁਤ ਵੱਡਾ ਸੇਵਕ ਹਾਂ, ਤੇ ਫਿਰ ਉਸ ਦਿਨ ਗੁਰੂ ਸਾਹਿਬ ਜੀ ਨੇ ਕਹਿਣਾ ਫਿਰ ਤੇਰਾ ਤੇ ਮੇਰਾ ਅੱਜ ਤੋਂ ਕੋਈ ਸੰਬੰਧ ਨਹੀਂ ਹੈ ਕਿਉਂਕਿ ਤੈਨੂੰ ਆਪਣੇ ਆਪ ਤੇ ਬੜਾ ਮਾਣ ਹੈ। ਜੇ ਤੂੰ ਆਪਣੇ ਆਪ ਤੇ ਮਾਣ ਕਰਦਾ ਇੱਥੇ ਤੇ ਨਿਮਾਣੀਆਂ ਨੂੰ ਮਾਣ ਮਿਲਦਾ ਹੈ, ਇੱਥੇ ਦੇ ਨਿਦਾਨੀਆਂ ਨੂੰ ਕਾਣ ਮਿਲਦਾ ਹੈ। ਤੂੰ ਤੇ ਪਹਿਲਾਂ ਹੀ ਕਾਣ ਦੇ ਮਾਣ ਨਾਲ ਭਰਿਆ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਸੀ ਨਾ ਵੀ ਜਿਹੜਾ ਹੱਥ ਤੋਂ ਇਹ ਵੱਡਾ ਡਿੱਗਿਆ ਨਦੀ ਵਿੱਚ ਇਹ ਡੁੱਬ ਕਿਉਂ ਗਿਆ ਤੇ ਸਾਰਿਆਂ ਨੇ ਆਪਣੀ ਆਪਣੀ ਗੱਲ ਕੀਤੀ। ਜਦੋਂ ਭਾਈ ਨੰਦ ਲਾਲ ਜੀ ਦੀ ਵਾਰੀ ਆਈ ਉਹਨਾਂ ਆਖਿਆ ਮਹਾਰਾਜ ਜੀ ਤੁਹਾਡੇ ਹੱਥਾਂ ਤੋਂ ਛੁੱਟਿਆ, ਜਿਹੜਾ ਤੁਹਾਡੇ ਹੱਥਾਂ ਤੋਂ ਛੁੱਟ ਗਿਆ ਉਹ ਡੁੱਬ ਗਿਆ। ਅਸੀਂ ਵੀ ਉਸ ਦਿਨ ਡੁੱਬ ਜਾਾਂਗੇ ਜਿੱਦਣ ਗੁਰੂ ਸਾਹਿਬ ਜੀ ਦੇ ਹੱਥਾਂ ਤੋਂ ਛੁੱਟ ਜਾਗੇ। ਪਰ ਕਦੋਂ? ਜਦੋਂ ਆ ਕੇ ਕਹਾਂਗੇ ਮੈਂ ਬਹੁਤ ਵੱਡਾ ਗਿਆਨੀ ਹਾਂ, ਬਹੁਤ ਵੱਡਾ ਧਿਆਨੀ ਹਾਂ, ਮੈਂ ਬਹੁਤ ਵੱਡਾ ਮੇਰੇ ਕੋਲ ਤਾਣ ਹੈ ਮਾਣ ਹੈ, ਉਦੋਂ ਮਹਾਰਾਜ ਨੇ ਕਹਿਣਾ ਫਿਰ ਤੁਰਿਆ ਗਿਆ ਮੇਰੀ ਤੈਨੂੰ ਲੋੜ ਹੀ ਨਹੀਂ ਕਿਉਂਕਿ ਇੱਥੇ ਤਾਂ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਇੱਥੇ ਨਿਦਾਨੀਆਂ ਨੂੰ ਤਾਣ ਨਿਆਸਰਿਆਂ ਨੂੰ ਆਸਰਾ ਮਿਲਦਾ ਹੈ। ਉਸ ਦਿਨ ਫਿਰ ਸਾਡਾ ਗੁਰੂ ਸਾਹਿਬ ਜੀ ਨਾਲ ਸੰਬੰਧ ਟੁੱਟ ਜਾਣਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਪਾਂ ਮੱਤ ਲੈਣ ਵਾਸਤੇ ਆਏ ਹਾਂ।
ਅਸੀਂ ਅਗਿਆਨੀ ਬਣ ਕੇ ਗਿਆਨ ਗੁਰੂ ਸਾਹਿਬ ਕੋਲੋਂ ਲੈਣ ਵਾਸਤੇ ਆਏ ਹਾਂ। ਹੁਣ ਭੰਗਰਨਾਥ ਇਹਨਾਂ ਹੰਕਾਰ ਨਾਲ ਭਰਿਆ, ਇਹਨੂੰ ਆਪ ਤੱਤ ਦੀ ਸਮਝ ਨਹੀਂ, ਤੇ ਗੁਰੂ ਨਾਨਕ ਸਾਹਿਬ ਨੂੰ ਤੱਤ ਦੀਆਂ ਗੱਲਾਂ ਕਰਦਾ ਹੈ, ਜਿਹੜੇ ਆਪ ਹੀ ਤੱਤ ਰੂਪ ਨੇ, ਆਪ ਹੀ ਨਿਰੰਕਾਰ ਰੂਪ ਨੇ, ਪਰ ਗੱਲ ਹੰਕਾਰ ਨੇ ਅਕਲ ਤੇ ਪਰਦਾ ਪਾ ਦਿੱਤਾ, ਜਿਹਨੂੰ ਨਾਨਕ ਵਿੱਚੋਂ ਨਿਰੰਕਾਰ ਦਿਖਾਈ ਨਹੀਂ ਦਿੰਦਾ। ਪਤਾ ਕੀ ਕਹਿ ਰਿਹਾ? ਕਹਿਣ ਲੱਗਾ ਤੁਹਾਨੂੰ ਤੱਤ ਬਾਰੇ ਪਤਾ ਹੀ ਕੁਛ ਨਹੀਂ ਹੈ, ਤੁਸੀਂ ਦੁੱਧ ਵਿੱਚੋਂ ਮੱਖਣ ਕਿਵੇਂ ਲੈ ਲੋਗੇ? ਤੁਸੀਂ ਤਾਂ ਕਾਂਜੀ ਪਾ ਦਿੱਤੀ ਹੈ। ਮਾਰੋ ਬਦਿਓ ਗੈਸਤ ਮੈਂ ਮਾਈ ਸਾਰੀ ਜ਼ਿੰਦਗੀ ਤੁਸੀਂ ਬਾਰ-ਬਾਰ ਭਰਮਣ ਕਰਦੇ ਰਹੇ, ਫਕੀਰੀ ਵਾਲਾ ਪਹਿਰਾਵਾ ਪਾ ਕੇ ਸਾਰੇ ਦਿਸ਼ਾਵਾਂ ਵਿੱਚ ਵਿਚਰਦੇ ਰਹੇ, ਤੇ ਹੁਣ ਆ ਕੇ ਗ੍ਰਸਤੀਆਂ ਵਾਲਾ ਪਹਿਰਾਵਾ ਪਾ ਲਿਆ। ਇਸ ਮੈਂ ਪਰ ਵਿਸ਼ੇ ਹੋਵੇ ਨਾ ਉਧਾਰਾ। ਭੰਗਰਨਾਥ ਕਹਿ ਰਿਹਾ ਕਿ ਲੱਗਾ ਵੀ ਤੁਹਾਡਾ ਉਦਾਰ ਨਹੀਂ ਹੋਣਾ, ਤੁਸੀਂ ਗ੍ਰਸਤ ਜਾਲ ਵਿੱਚ ਫਸ ਗਏ ਹੋ ਆ ਕੇ, ਤੁਹਾਡਾ ਇਸ ਤਰ੍ਹਾਂ ਉਦਾਰ ਨਹੀਂ ਹੋਵੇਗਾ। ਅਣਖ ਭਾਤ ਕੇ ਭਰਿਆ ਜੰਜਾਰਾ। ਤੁਸੀਂ ਤਾਂ ਅਨੰਤ ਪ੍ਰਕਾਰ ਦੇ ਜੰਜਾਲ ਵਿੱਚ ਆ ਕੇ ਫਸ ਗਏ, ਤੁਸੀਂ ਦੁਨੀਆ ਨੂੰ ਉਪਦੇਸ਼ ਦਿੰਦੇ ਰਹੇ ਪਰ ਆਪ ਉਸ ਜੰਜਾਲ ਵਿੱਚ ਆ ਕੇ ਫਸ ਗਏ। ਹਵੇ ਨਾ ਉਧਾਰਾ, ਤੁਹਾਡਾ ਉਧਾਰ ਨਹੀਂ ਹੋਵੇਗਾ। ਸੁਣ ਕੇ ਸ੍ਰੀ ਗੁਰੂ ਬਚਨ ਬਖਾਨੇ। ਜਦੋਂ ਭੰਗਰਨਾਥ ਨੇ ਇਹ ਹੰਕਾਰ ਦੇ ਬੋਲ ਬੋਲੇ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕੇ ਅੱਗੋਂ ਫਿਰ ਇਸ ਤਰ੍ਹਾਂ ਆਖਣਾ ਕੀਤਾ, ਭੰਗਰ ਤਤ ਨਾ ਲਗਿਓ ਅਜਾਨੇ। ਸਾਰੇ ਕਹਿੰਦੇ ਉਹ ਭੰਗਰ ਅਣਜਾਣ ਤੂੰ ਹੈ, ਤੈਨੂੰ ਤਤ ਬਾਰੇ ਪਤਾ ਹੀ ਕੁਛ ਨਹੀਂ ਹੈ, ਤਤ ਨਾ ਲੱਗਿਓ, ਏਡਾ ਵੱਡਾ ਜੋਗੀ ਬਣ ਗਿਆ, ਏਡਾ ਵੱਡਾ ਸਿੱਧ ਬਣ ਗਿਆ, ਆਪਣੇ ਆਪ ਵਿੱਚ ਇੰਨਾ ਹੰਕਾਰ ਕਰਦਾ ਹੈ, ਤਤ ਨਾ ਲੱਗਿਓ ਅਜਾਣੇ, ਤੂੰ ਅਣਜਾਣ ਹੈ, ਤਤ ਨੂੰ ਨਹੀਂ ਜਾਣਦਾ ਹੈ। ਤੇਰੀ ਮਾਤ ਕੁਚਜੀ ਆਈ। ਅਸਲ ਵਿੱਚ ਤੇਰੀ ਜਿਹੜੀ ਮਾਂ ਹੈ ਨਾ, ਉਹ ਕੁਚਜੀ ਹੈ, ਜਿਹਨੇ ਤੈਨੂੰ ਚਾਚੀ ਨਹੀਂ ਸਿਖਾਇਆ। ਇੱਥੇ ਬੇਨਤੀ ਕਰਾਂ ਅੱਗੇ ਵੀ ਕੀਤੀ ਸੀ, ਇੱਥੇ ਜਨਮ ਦੇਣ ਵਾਲੀ ਮਾਂ ਦੀ ਗੱਲ ਨਹੀਂ ਹੋ ਰਹੀ। ਹੁਣ ਜਨਮ ਦੇਣ ਵਾਲੀ ਮਾਂ ਤੇ ਧੀਆਂ ਪੁੱਤਰਾਂ ਨੂੰ ਘਰ ਬੈਠੀ ਸਮਝਾਈ ਜਾਂਦੀ ਹੈ, ਧੀਏ ਇਸ ਤਰ੍ਹਾਂ ਦਾ ਜੀਵਨ ਬਣਾ, ਤੂੰ ਸਹੁਰੇ ਘਰ ਇੱਕ ਦਿਨ ਵਿਆਹ ਕੇ ਜਾਣਾ ਹੈ, ਆਹ ਗੁਣ ਸਿੱਖ ਲੈ ਮੇਰੇ ਕੋਲੋਂ, ਆਹ ਗੁਣ ਤੇਰੇ ਸਹੁਰੇ ਘਰ ਕੰਮ ਆਉਣਗੇ। ਹੁਣ ਧੀ ਨਾ ਸਮਝਣ ਨੂੰ ਤਿਆਰ ਹੋਵੇ ਤੇ ਮਾਂ ਦਾ ਕੀ ਕਸੂਰ ਹੈ? ਪਿਤਾ ਆਪਣੇ ਪੁੱਤਰ ਨੂੰ ਬਿਠਾ ਕੇ ਸਮਝਾਉਂਦਾ ਹੈ ਕਿ ਪੁੱਤ ਤੂੰ ਜਵਾਨ ਹੋ ਗਿਆ ਹੈ, ਇਹ ਦੁਨੀਆ ਜਿਹੜੀ ਹੈ ਬੜੇ ਰੰਗ ਬਰੰਗੀ ਦੁਨੀਆ ਹੈ, ਇਹਦੇ ਤੂੰ ਇਹਨਾਂ ਰੰਗਾਂ ਵਿੱਚ ਰੰਗਿਆ ਨਾ ਜਾਈਂ, ਮੈਂ ਇਸ ਜ਼ਿੰਦਗੀ ਨੂੰ ਹੰਡਾਇਆ, ਆ ਬੈਠ ਤੈਨੂੰ ਦੱਸਾਂ ਕਿਹਦੇ ਨਾਲ ਕਿਸ ਤਰ੍ਹਾਂ ਵਿਚਰਨਾ ਹੈ। ਤੇ ਪੁੱਤ ਕਵੇ ਬਾਪੂ ਤੂੰ ਹੁਣ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ, ਹੁਣ ਤੁਹਾਡੀ ਮੱਤ ਕੰਮ ਨਹੀਂ ਕਰਦੀ ਹੈ, ਇਸ ਲਈ ਰਹਿਣ ਦੋ, ਮੈਂ ਆਪੇ ਹੀ ਦੇਖ ਲਾਂਗਾ ਸਮਾਜ ਵਿੱਚ ਕਿਵੇਂ ਰਹਿਣਾ ਹੈ। ਹੁਣ ਉੱਥੇ ਪਿਤਾ ਦਾ ਕੀ ਕਸੂਰ ਹੈ? ਪਿਤਾ ਤੇ ਸਮਝਾ ਰਿਹਾ, ਮਾਂ ਤੇ ਸਮਝਾ ਰਹੀ ਹੈ ਕਿ ਧੀਏ ਇਸ ਤਰ੍ਹਾਂ ਦਾ ਪਹਿਰਾਵਾ ਨਾ ਪਾਇਆ ਕਰ, ਇਸ ਤਰ੍ਹਾਂ ਸਮਾਜ ਵਿੱਚ ਬਣ ਕੇ ਇਸ ਤਰ੍ਹਾਂ ਨਾ ਨਿਕਲਿਆ। ਹੁਣ ਮਾਂ ਤੇ ਰੋਂਦੀ ਆ ਪਰ ਧੀ ਨਹੀਂ ਸਮਝਦੀ, ਤੇ ਮਾਂ ਦਾ ਕੀ ਕਸੂਰ ਹੈ? ਇੱਥੇ ਮਾਂ ਦੀ ਗੱਲ ਕੀਤੀ ਆ ਮੱਤ। ਸਾਨੂੰ ਗੁਰਬਾਣੀ ਵਿੱਚ ਦੋ ਚੀਜ਼ਾਂ ਸਮਝਾਈਆਂ, ਇੱਕ ਸੁਚੱਜੀ, ਇੱਕ ਕੁਚੱਜੀ। ਮਹਾਰਾਜ ਕਹਿੰਦੇ ਆ ਤੇਰੀ ਮਾਂ ਕੁਚੱਜੀ ਹੈ ਭੰਗਰਨਾਥ, ਜਿਹਨੇ ਤੈਨੂੰ ਚਾਚੀ ਨਹੀਂ ਸਿਖਾਇਆ। ਇੱਥੇ ਹੁਣ ਮਾਂ ਦਾ ਅਰਥ ਜਾਣੀ ਕਿ ਗੁਰੂ ਰਾਮਦਾਸ ਪਾਤਸ਼ਾਹ ਦਾ ਵਚਨ ਹੈ। ਮਹਾਰਾਜ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਬਸਿਓ ਤੈਨੂੰ ਮਾਤ ਕੀਜੈ ਹਰ ਬਾਂਝਾ। ਹੁਣ ਮਾਂ ਬਾਂਝ ਹੋ ਜਾਏ, ਇੰਨੀ ਵੱਡੀ ਗੱਲ ਬਾਹਰ ਦੀ ਮਾਂ ਨਹੀਂ ਕਹਿ ਸਕਦੇ। ਇੱਥੇ ਬਾਂਝ ਦਾ ਅਰਥ ਵੀ ਜਿਹੜੀ ਤੇਰੀ ਮੱਤ ਵਿੱਚ ਫੁਰਨੇ ਪੈਦਾ ਹੁੰਦੇ ਨੇ ਨਾ, ਇਹ ਗਲਤ ਫੁਰਨੇ ਜਿਹੜੇ ਆ ਇਹ ਬੰਦ ਹੋ ਜਾਣ। ਆਪ ਤੇਰੀ ਮੱਤ ਰੂਪੀ ਮਾਂ ਬਾਂਝ ਹੋ ਜਾਏ, ਤਾਂ ਕਿ ਇਹਦੇ ਵਿੱਚ ਭੈੜੇ ਮਾੜੇ ਕਦੇ ਫੁਰਨੇ ਪੈਦਾ ਹੀ ਨਾ ਹੋਣ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਵਸਦਾ। ਕਿਉਂਕਿ ਮਨ ਮਾੜੇ ਪਾਸੇ ਲੱਗਾ ਹੈ, ਮਨ ਤੇ ਇਹਨੂੰ ਲਾਇਆ ਕਿਹਨੇ? ਮੱਤ ਨੇ। ਮੱਤ ਕੀ ਹੈ? ਮਾਂ। ਮਹਾਰਾਜ ਕਹਿੰਦੇ ਮਨ ਰੇ ਕੌਣ ਕੋ ਮੱਤ ਨਾ ਲਈ ਨਹੀਂ, ਇਹ ਭੈੜੀ ਮੱਤ ਕਿੱਥੋਂ ਲੈ ਲਈ ਗਿਆ? ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀ ਨਹੀਂ, ਤੂੰ ਪਰਾਏ ਰੂਪ ਵਿੱਚ ਗਲਤਾਨ ਹੋਇਆ ਪਿਆ, ਨਿੰਦਾ ਚੋਰੀ ਵਿੱਚ ਗਲਤਾਨ ਹੋਇਆ ਪਿਆ, ਕਦੇ ਬੈਠ ਕੇ ਭਗਤੀ ਨਹੀਂ ਕਰਦਾ, ਇਹ ਭੈੜੀ ਮੱਤ ਕਿੱਥੋਂ ਲੈ ਲਈ ਆ ਤੂੰ? ਇਹਦਾ ਮਤਲਬ ਇਹਦੀ ਮਾਂ ਕੋ ਚੱਜੀ ਹੈ, ਇਹਦੀ ਮੱਤ ਕੋ ਚੱਜੀ ਹੈ, ਜਿਹਨੂੰ ਚੱਜ ਨਹੀਂ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਉਹ ਭੰਗਰ ਕਿਹੜੇ ਤੱਤ ਦੀਆਂ ਗੱਲਾਂ ਕਰਦਾ ਹੈ, ਤੱਤ ਦਾ ਤੈਨੂੰ ਆਪ ਨੂੰ ਨਹੀਂ ਪਤਾ, ਕਿਉਂਕਿ ਤੇਰੀ ਮਾਂ ਕੋ ਚੱਜੀ ਆਹੀ ਮਨੇ ਹੈ। ਤੇਰੀ ਜਿਹੜੀ ਮੱਤ ਰੂਪੀ ਮਾਂ ਉਹ ਕੁਚੱਜੀ ਹੈ, ਜਿਹਨੇ ਤੈਨੂੰ ਮਨ ਕਰਕੇ ਚੱਜ ਨਹੀਂ ਸਿਖਾਇਆ। ਭਾਂਡਾ ਧੋਖਣੇ ਜਾਣਿਓ ਨਹੀਂ। ਭਾਂਡਾ ਆਤਮ ਮਲੀਨ ਹੋਇਆ ਪਿਆ, ਭਾਂਡਾ ਮਨ ਦਾ ਵੀ ਮੈਲਾ ਹੋਇਆ ਪਿਆ ਤੇ ਮੱਤ ਦਾ ਵੀ ਮੈਲਾ ਹੋਇਆ ਪਿਆ। ਭਰੀਆਂ ਮੱਤ ਆਪਾਂ ਕਹਿ ਸਕਦੇ, ਜਿੰਨੀ ਮੱਤ ਵਿੱਚ ਪਾਪ ਭਰੇਗੀ ਉਨਾ ਹੀ ਮਨ ਮੈਲਾ ਹੋਏਗਾ। ਜਿੰਨਾ ਪਾਪ ਮੱਤ ਵਿੱਚ ਹੈ ਉਨੀ ਮੈਲ ਮਨ ਵਿੱਚ ਹੋਏਗੀ। ਮਹਾਰਾਜ ਕਹਿੰਦੇ ਮਨ ਦੀ ਹਾਲਤ ਵੇਖੀ ਤਾਂ ਭਾਂਡਾ ਆਤਮ ਮਲੀਨ, ਧੋਤਾ ਬੱਚਾ ਨਾ ਹੋਏ ਸੀ, ਮਲੀਨ ਹੋਇਆ ਪਿਆ ਤੇਰਾ ਭਾਂਡਾ, ਇੰਨਾ ਗੰਦਗੀ ਨਾਲ ਭਰਿਆ ਪਿਆ ਤੇਰਾ ਭਾਂਡਾ। ਇਹਨੂੰ ਸਵੱਛ ਬਾਹਰੋਂ ਆਸਣ ਲਾ ਕੇ ਨਹੀਂ ਕੀਤਾ ਜਾਣਾ, ਇਹ ਬਾਹਰ ਦੇ ਯੋਗ ਸਾਧਨਾ ਕਰਕੇ ਅੰਦਰ ਦਾ ਭਾਂਡਾ ਸਵੱਛ ਨਹੀਂ ਹੋਣਾ। ਬਾਹਰੋਂ ਤੀਰਥਾਂ ਦੀ ਚੁਗੀਆਂ ਲਾ ਕੇ ਅੰਦਰ ਦੀ ਜਿਹੜੀ ਮੱਤ ਮੈਲੀ ਆ ਉਹ ਅੰਦਰੋਂ ਸਵੱਛ ਨਹੀਂ ਹੋਣੀ। ਸਤਿਗੁਰੂ ਮਹਾਰਾਜ ਨੇ ਸਮਝਾਇਆ ਨਾ, ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਪੁੱਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਕੋ ਧੋਏ, ਭਰੀਆ ਮੱਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਅਸੀਂ ਨਿਤਨੇਮ ਇਸ ਲਈ ਕਰਨਾ, ਗੁਰਬਾਣੀ ਕੀਰਤਨ ਕਥਾ ਲਈ ਇਸ ਲਈ ਜੁੜਨਾ ਕਿ ਸਾਡੇ ਅੰਦਰੋਂ ਪਾਪ ਦੀ ਮੱਲ ਧੁੱਪ ਜਾਏ। ਇਹ ਇੱਕੋ ਹੀ ਤਰੀਕਾ ਹੈ। ਸਾਹਿਬ ਕਹਿੰਦੇ ਤੇਰੀ ਮੱਤ ਕੁਚੱਜੀ ਹੈ, ਭਾਂਡਾ ਅੰਦਰੋਂ ਤੈਨੂੰ ਧੋਣ ਦੀ ਜਾਚ ਨਹੀਂ ਸਿਖਾਈ। ਇਹ ਅੰਦਰੋਂ ਵਿਕਾਰਾਂ ਦੀ ਮੱਲ ਕਿਵੇਂ ਸਾਫ਼ ਕਰਨੀ ਹੈ, ਅੰਦਰੋਂ ਭਾਂਡਾ ਕਿਵੇਂ ਜਿਹੜਾ ਉਹ ਧੋਣਾ ਹੈ। ਨਾ ਤੇ ਮੱਖਣ ਹੱਥ ਨਾ ਆਵਾ। ਉਹ ਮੈਨੂੰ ਕਹਿੰਦੇ ਵੀ ਕਾਜੀ ਉਹਦੇ ਵਿੱਚ ਬਾਕੀ ਪਹਿਲਾਂ ਆਪਣੇ ਅੰਦਰ ਆਪ ਨੜਾ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਮੱਖਣ ਹੱਥ ਨਾ ਆਵਾ। ਮੱਖਣ ਤੇਰੇ ਹੱਥ ਨਹੀਂ ਆਇਆ ਤੇ ਗੱਲ ਤੂੰ ਮੈਨੂੰ ਕਰਦਾ ਹੈ। ਤੈਨੂੰ ਆਪ ਪਤਾ ਨਹੀਂ ਦੁੱਧ ਵਿੱਚੋਂ ਦੀ ਮੱਖਣ ਕਿਵੇਂ ਕੱਢਣਾ ਹੈ, ਤੇ ਤੂੰ ਮੈਨੂੰ ਮੱਖਣ ਦੀਆਂ ਗੱਲਾਂ ਸਿਖਾ ਰਿਹਾ ਹੈ। ਜਮਿਓ ਨਾ ਦੂਧ ਨਾ ਮਾਨਕ ਬਾਬਾ। ਤੇਰੇ ਅੰਦਰ ਦਾ ਦੁੱਧ ਦਾ ਜੰਮਿਆ ਨਹੀਂ, ਭਾਵ ਜਿਹੜੀ ਤੁਸੀਂ ਬੰਦਗੀ ਕੀਤੀ ਆ ਉਹ ਜੰਮਿਆ ਦਾ ਅਰਥ ਪ੍ਰੇਮ ਦਾ ਪੈਦਾ ਨਹੀਂ ਹੋਇਆ ਉਹਦੇ ਚ। ਪ੍ਰੇਮਾ ਭਗਤੀ ਦਾ ਮਤਲਬ ਹੈ ਦੁੱਧ ਨੂੰ ਜਾਗ ਲਾਉਣਾ। ਜੇ ਪ੍ਰੇਮਾ ਭਗਤੀ ਅੰਦਰ ਹੋਏਗੀ ਤਾਂ ਮਤਲਬ ਜੋ ਦੁੱਧ ਨੂੰ ਜਾਗ ਲੱਗੇਗਾ, ਤੇ ਜਦੋਂ ਮੈਨੂੰ ਸਿਮਰਨ ਕਰਕੇ ਰਿੜਕਾਂਗੇ ਤੇ ਮੱਖਣ ਰੂਪੀ ਵਾਹਿਗੁਰੂ ਮਿਲੇਗਾ। ਸਾਹਿਬ ਕਹਿੰਦੇ ਤੇਰੇ ਅੰਦਰ ਨਾ ਦੁੱਧ ਜੰਮਿਆ, ਨਾ ਮਾਣ ਗਵਾਵਾ, ਨਾ ਤੂੰ ਆਪਣਾ ਹੰਕਾਰ ਦੂਰ ਕੀਤਾ। ਤੇ ਜਿੰਨਾ ਚਿਰ ਹੰਕਾਰ ਹੈ ਤੈਨੂੰ ਨਿਰੰਕਾਰ ਦੀ ਸਮਝ ਨਹੀਂ ਆਏਗੀ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ, ਮੈਂ ਨਹੀਂ। ਜਦੋਂ ਮੈਂ ਮੁੱਕ ਗਈ ਉਦੋਂ ਤੂੰ ਹੀ ਤੂੰ ਹੈ, ਤੇ ਜਦੋਂ ਅੰਦਰੋਂ ਦੀ ਮੈਂ ਨਾ ਮੁੱਕੀ ਉਦੋਂ ਤੂੰ ਨਹੀਂ, ਮੈਂ ਹੀ ਮੈਂ ਹਾਂ। ਇਸ ਲਈ ਸਾਹਿਬ ਜੀ ਕਹਿੰਦੇ ਆ ਤੂੰ ਕਿਹੜੇ ਮੱਖਣ ਦੀ ਗੱਲ ਕਰਦਾ ਹੈ? ਦੁੱਧ ਤੈਨੂੰ ਅੰਦਰ ਭਾਵ ਪ੍ਰੇਮ ਭਾਵਨਾ ਤੇਰੇ ਅੰਦਰ ਹੈ ਨਹੀਂ। ਈਰਖਾ ਨਾਲ ਤੂੰ ਭਰਿਆ, ਹੰਕਾਰ ਨਾਲ ਤੂੰ ਭਰਿਆ, ਵਿਕਾਰ ਨਾਲ ਤੂੰ ਭਰਿਆ ਪਿਆ। ਤੇਰੇ ਅੰਦਰ ਦਾ ਤੇ ਹਜੇ ਮਾਣ ਵੀ ਦੂਰ ਨਹੀਂ ਹੋਇਆ। ਛੋੜ ਗ੍ਰਸਤ ਕੋ ਪਇਓ ਅਤੀਤਾ। ਸਾਹਿਬ ਕਹਿੰਦੇ ਮੈਂ ਤੇ ਗ੍ਰਸਤ ਵਿੱਚੋਂ ਤੁਰਿਆ ਸਾਂ, ਲੋਕਾਂ ਨੂੰ ਸਮਝਾਉਣ ਵਾਸਤੇ, ਭੁੱਲੀਆਂ ਭਟਕੀਆਂ ਨੂੰ ਸਮਝਾਉਣ ਲਈ ਫਕੀਰੀ ਚੋਲਾ ਪਾਇਆ, ਫਿਰ ਆ ਕੇ ਗ੍ਰਸਤ ਵਾਲਾ ਚੋਲਾ ਪਾ ਲਿਆ। ਪਰ ਤੁਸੀਂ ਕੀ ਕਰਦੇ ਹੋ?
ਤੁਸੀਂ ਗ੍ਰਸਤ ਨੂੰ ਨਿੰਦਦੇ ਰਹਿੰਦੇ ਹੋ, ਗ੍ਰਸਤ ਦਾ ਤਿਆਗ ਕਰਕੇ ਪਹਾੜ ਦੀ ਚੋਟੀਆਂ ਤੇ ਜਾ ਕੇ ਬਹਿ ਜਾਂਦੇ ਹੋ, ਔਰ ਗ੍ਰਸਤ ਨੂੰ ਤੁਸੀਂ ਮਾੜਾ ਕਹਿੰਦੇ ਹੋ। ਭਾਵ ਕਿ ਗ੍ਰਸਤ ਨੂੰ ਭਾਵ ਨਰਕ ਵੀ ਇਹਨਾਂ ਨੇ ਕਹਿ ਦਿੱਤਾ ਵੀ ਇਹ ਨਰਕ ਹੈ, ਇਹਦਾ ਤਿਆਗ ਤੁਸੀਂ ਕੀਤਾ ਹੈ। ਬਾਰੋ ਰੀਤ ਪ੍ਰੀਤ ਜਿਤ ਜੀਤਾ ਪਰ ਅੰਦਰ ਦੀ ਖਿੱਚ ਤਾਂ ਫਿਰ ਤੁਹਾਡੀ ਗ੍ਰਸਤੀਆਂ ਵਾਲੀ ਜਾਂਦੀ ਹੈ, ਧਿਆਨ ਤੇ ਫਿਰ ਤੁਹਾਡਾ ਗ੍ਰਸਤੀਆਂ ਵਾਲੀ ਜਾਂਦਾ ਹੈ। ਇਹ ਕਾਹਦਾ ਤਿਆਗ ਹੋਇਆ ਵੀ ਪਰਿਵਾਰ, ਧੀਆਂ ਪੁੱਤਰ, ਇਸਤਰੀ ਸਭ ਕੁਝ ਛੱਡ ਕੇ ਤੇ ਜਾ ਕੇ ਪਹਾੜ ਦੀ ਚੋਟੀ ਤੇ ਬਹਿ ਗਏ, ਪਰ ਧਿਆਨ ਫਿਰ ਇਸਤਰੀ ਵੱਲ, ਧਿਆਨ ਫਿਰ ਪਰਿਵਾਰ ਵੱਲ, ਧਿਆਨ ਫਿਰ ਗ੍ਰਸਤ ਵੱਲ। ਇਹ ਕਾਹਦਾ ਤਿਆਗ ਹੈ? ਭੋਜਨ ਹਿਤਾ ਮੰਗਲ ਤੇ ਜਾਈ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਆ ਜਿਨ੍ਹਾਂ ਗ੍ਰਸਤੀਆਂ ਨੂੰ ਨਿੰਦਦੇ ਹੋ, ਜਿਸ ਗ੍ਰਸਤ ਨੂੰ ਤਿਆਗਿਆ ਉਹਨਾਂ ਗ੍ਰਸਤੀਆਂ ਦੇ ਦਰਵਾਜ਼ੇ ਤੇ ਜਾ ਕੇ ਭੋਜਨ ਮੰਗਦੇ ਹੋ। ਜੇ ਤਾਂ ਤੁਸੀਂ ਵਾਕਈ ਗ੍ਰਸਤ ਦਾ ਤਿਆਗ ਕੀਤਾ ਫਿਰ ਤੁਸੀਂ ਘਰ ਕਿਉਂ ਮੰਗਦੇ ਹੋ ਜਾ ਕੇ? ਜਿਹੜਾ ਭੋਜਨ ਮੰਗ ਕੇ ਲਿਆਂਦੇ ਉਹ ਵੀ ਤੇ ਇੱਕ ਇਸਤਰੀ ਨੇ ਤਿਆਰ ਕੀਤਾ ਹੋਇਆ ਹੈ, ਉਹ ਵੀ ਤੇ ਇੱਕ ਘਰ ਦੀ ਨਾਰ ਨੇ ਤਿਆਰ ਕੀਤਾ, ਉਹ ਵੀ ਤੇ ਗ੍ਰਸਤ ਪਰਿਵਾਰ ਹੀ ਹੈ ਜਿਨ੍ਹਾਂ ਕੋਲੋਂ ਭੋਜਨ ਮੰਗ ਕੇ ਲਿਆਂਦੇ ਹੋ। ਤੁਸੀਂ ਇੱਕ ਪਾਸੇ ਉਹਨਾਂ ਦੀ ਨਿੰਦਾ ਕਰਦੇ ਹੋ ਤੇ ਦੂਜਾ ਘਰ ਘਰ ਜਾ ਕੇ ਭੋਜਨ ਵੀ ਉਹਨਾਂ ਕੋਲੋਂ ਮੰਗ ਕੇ ਲਿਆਂਦੇ ਹੋ। ਸਤਿਗੁਰੂ ਮਹਾਰਾਜ ਕਹਿੰਦੇ ਭਗਰਨਾਥ ਤੇਰੀ ਮਾਤ ਕੋ ਚੱਜੀ ਆ ਗਈ, ਤੇਰੀ ਮਾਂ ਰੂਪੀ ਮੱਤ ਨੇ ਅੰਦਰ ਤੈਨੂੰ ਚੱਜ ਸਿਖਾਇਆ ਨਹੀਂ ਹੈ। ਘਰ ਘਰ ਬਿਜਰਤ ਲਾਜ ਗਵਾਈ ਤੁਸੀਂ ਤਾਂ ਆਪਣੀ ਜਿਹੜੀ ਇਲਾਜ ਗਵਾ ਲਈ, ਭਾਵ ਸ਼ਰਮ ਹਿਆ ਤੁਹਾਡੇ ਅੰਦਰ ਹੈ ਹੀ ਕੋਈ ਨਹੀਂ। ਜਿਨ੍ਹਾਂ ਦੀ ਨਿੰਦਾ ਕਰਦੇ ਹੋ, ਬੁਰਾਈ ਕਰਦੇ ਹੋ, ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਹੀ ਮੰਗ ਕੇ ਲਿਆਂਦੇ ਹੋ। ਬਿਨਾ ਦਿੱਤੇ ਕਛ ਹੱਥ ਨਾ ਆਵੇ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਧਿਆਨ ਰੱਖ, ਬਿਨਾਂ ਦਿੱਤਿਆਂ ਹੱਥ ਕੁਝ ਨਹੀਂ ਆਉਂਦਾ। ਅੰਦਰ ਦੀ ਕਮਾਈ ਹੋਏਗੀ ਤਾਂ ਮੱਖਣ ਹੱਥ ਵਿੱਚ ਆਉਣਾ ਹੈ, ਅੰਦਰ ਕਮਾਈ ਨਹੀਂ ਹੋਏਗੀ ਤਾਂ ਬਿਨਾਂ ਕਮਾਈ ਦੇ ਆ ਤਦ ਰੂਪੀ ਮੱਖਣ ਹੱਥ ਨਹੀਂ ਆਉਣਾ। ਜਾਂ ਬੀਜ ਪਾਇਆ ਕੋਈ ਨਹੀਂ ਤੇ ਤੁਸੀਂ ਸਾਰੀ ਜ਼ਿੰਦਗੀ ਖੇਤਾਂ ਦੇ ਕਿਨਾਰੇ ਬੈਠੇ ਰਹੋ ਵੀ ਹੁਣ ਫਸਲ ਹੋਏਗੀ, ਹੁਣ ਫਸਲ ਹੋਏਗੀ, ਫਲ ਹੋਏਗਾ ਤਿਆਰ, ਪਰ ਕਿੱਥੋਂ ਹੋਏਗਾ? ਬੀਜ ਤਾਂ ਪਾਇਆ ਹੀ ਕੋਈ ਨਹੀਂ। ਅਸੀਂ ਜੇ ਵਾਹਿਗੁਰੂ ਦੇ ਘਰੋਂ ਬਖਸ਼ਿਸ਼ਾਂ ਲੈਣੀਆਂ ਨੇ, ਹਾਰੇ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਆਪਣਾ ਅੰਦਰ ਵੇਸ। ਇੱਕ ਹੁੰਦਾ ਭੇਖ, ਇੱਕ ਹੁੰਦਾ ਵੇਸ। ਭੇਖ ਬਾਹਰ ਦਾ ਹੁੰਦਾ ਹੈ, ਆ ਬਾਹਰ ਦੇ ਜਿਹੜੇ ਧਰਮ ਦੇ ਚੋਲੇ ਆਪਾਂ ਪਾਉਂਦੇ ਆ ਇਹ ਭੇਖ ਹੈ। ਇੱਕ ਹੁੰਦਾ ਅੰਦਰ ਦਾ ਵੇਸ, ਜਿਹੜਾ ਮਾਲਕ ਦੇ ਘਰ ਵੇਖਿਆ ਜਾਣਾ ਉਹ ਭੇਖ ਨਹੀਂ, ਵੇਸ ਵੇਖਿਆ ਜਾਣਾ। ਮਾਲਕ ਦੇ ਘਰ ਚਿੱਤਰ ਨਹੀਂ, ਚਰਿੱਤਰ ਵੇਖਿਆ ਜਾਣਾ। ਮਾਲਕ ਦੇ ਘਰ ਜਿਹੜਾ ਸਾਡੇ ਕਰੈਕਟਰ ਨੂੰ ਵੇਖ ਕੇ, ਆਚਰਣ ਨੂੰ ਵੇਖ ਕੇ, ਚਰਿੱਤਰ ਨੂੰ ਵੇਖ ਕੇ ਹੋਣਾ, ਸਾਡੇ ਬਾਹਰ ਦੇ ਚਿੱਤਰ ਨੂੰ ਵੇਖ ਕੇ ਸਾਡਾ ਲੇਖਾ ਨਹੀਂ ਹੋਣਾ। ਅਸੀਂ ਬਾਹਰੋਂ ਦੇ ਫਿਰ ਚੰਗੇ ਭਲੇ ਭਲੇ ਮਾਨਸ ਬਣ ਜਾਗੇ, ਧਰਮੀ ਬਣ ਜਾਗੇ, ਸਾਡਾ ਲੇਖਾ ਦੇ ਫਿਰ ਵਧੀਆ ਹੋਣਾ ਚਾਹੀਦਾ ਹੈ। ਪਰ ਬਾਹਰ ਦਾ ਚਿਹਰਾ, ਬਾਹਰ ਦਾ ਇਹ ਧਰਮ ਦਾ ਵਿਖਾਵਾ, ਇਹ ਉੱਥੇ ਨਹੀਂ ਕੰਮ ਆਉਣਾ। ਉੱਥੇ ਦਾ ਚਰਿੱਤਰ ਵੇਖਣਾ ਵੀ ਚੰਗੇ ਆਈਆਂ ਬੁਰੇ ਆਈਆਂ, ਵਾਚਾ ਧਰਮ ਅਧੂਰ ਹੀ, ਇਹਦੇ ਆਚਰਣ ਤੇ ਕਿੰਨੇ ਕੋ ਦਾਗ ਲੱਗੇ ਆ, ਇਹ ਕਿੰਨਾ ਕੋ ਦਾਗ ਤੋਂ ਰਹਿਤ ਉੱਚੇ ਸੁੱਚੇ ਜੀਵਨ ਵਾਲਾ ਹੈ। ਇਸ ਲਈ ਮਹਾਰਾਜ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਵੀ ਸਮਝਾਇਆ ਕਿ ਤੁਹਾਡੀ ਜਿਹੜੀ ਕਰਨੀ ਹੈ ਨਾ, ਤੁਹਾਡਾ ਜਿਹੜਾ ਕਰੈਕਟਰ ਆਚਰਣ ਹੈ ਕਿ ਕਾਗਜ਼ ਹੈ, ਤੇ ਤੁਸੀਂ ਚੰਗੀ ਸੋਚ ਰੱਖ ਕੇ ਚੰਗਾ ਕੰਮ ਕਰੋਗੇ ਤੁਹਾਡੇ ਆਚਰਣ ਤੇ ਚੰਗਾ ਲਿਖਿਆ ਜਾਏਗਾ, ਤੇ ਜੇ ਮਾੜੀ ਸੋਚ ਰੱਖ ਕੇ ਮਾੜੇ ਕੰਮ ਕਰੋਗੇ ਤਾਂ ਮਾੜਾ ਲਿਖਿਆ ਜਾਏਗਾ। ਕਰਨੀ ਕਾਗਜ਼ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਬੁਰਾ ਲਿਖਾ ਲਓ ਜਾਂ ਭਲਾ ਲਿਖਾ ਲਓ, ਇਹ ਸਾਡੇ ਤੇ ਡਿਪੈਂਡ ਕਰਦਾ ਹੈ, ਕਿਉਂਕਿ ਸਾਡਾ ਬੁਰਾ ਭਲਾ ਹੀ ਸਾਨੂੰ ਹੀ ਉਹਦਾ ਨਤੀਜਾ ਭੁਗਤਣਾ ਪੈਣਾ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਆਪਣਾ। ਅਸੀਂ ਅੰਦਰ ਨਹੀਂ ਦੇਖ ਪਾ ਰਹੇ ਹਾਂ, ਅਸੀਂ ਕੇਵਲ ਆਪਣੇ ਆਪ ਨੂੰ ਬਾਹਰੋਂ ਧਰਮੀ ਬਣਾ ਕੇ, ਆਪਣੇ ਆਪ ਨੂੰ ਬਾਹਰੋਂ ਖੂਬਸੂਰਤ ਬਣਾ ਕੇ, ਬਾਹਰੋਂ ਅੱਤ ਸੁੰਦਰ ਬਣ ਕੇ ਆਪ ਵੀ ਭਲੇਖੇ ਵਿੱਚ ਰਹਿ ਰਹੇ ਹਾਂ ਤੇ ਦੁਨੀਆ ਨੂੰ ਵੀ ਭਲੇਖੇ 'ਚ ਪਾ ਰਹੇ ਹਾਂ। ਆਪ ਵੀ ਭਲੇਖੇ 'ਚ ਰਹੇ, ਦੁਨੀਆ ਨੂੰ ਵੀ ਭਲੇਖੇ 'ਚ ਪਾਏ, ਪਰ ਰੱਬ ਨੂੰ ਭਲੇਖਾ ਨਹੀਂ ਪਾ ਸਕਦੇ। ਉੱਥੇ ਤਾਂ ਜਿਸ ਤਰ੍ਹਾਂ ਦਾ ਸਾਡਾ ਜੀਵਨ ਹੋਏਗਾ ਉੱਥੇ ਨਵੇੜਾ ਵੀ ਉਸੇ ਤਰ੍ਹਾਂ ਦਾ ਹੀ ਹੋਣਾ ਹੈ। ਮਹਾਰਾਜ ਕਹਿੰਦੇ ਕਿਹੜੇ ਤੱਤ ਦੀ ਤੂੰ ਗੱਲਾਂ ਕਰਦਾ ਹੈ? ਭਗਰਨਾਥ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਭਾਂਡਾ ਤੇਰਾ ਅੰਦਰ ਮਲੀਨ ਹੋਇਆ ਗਿਆ, ਚੱਜ ਤੈਨੂੰ ਕੋਈ ਨਹੀਂ ਹੈ, ਤੱਤ ਦੀ ਸਮਝ ਤੈਨੂੰ ਕੋਈ ਨਹੀਂ ਹੈ, ਤੇ ਜੇ ਤੇਰੇ ਅੰਦਰ ਨਾਮ ਦੀ ਕੋਈ ਗੱਲ ਹੀ ਨਹੀਂ ਹੈ ਤੇ ਫਿਰ ਤੂੰ ਤੱਤ ਰੂਪੀ ਮੱਖਣ ਕਿਵੇਂ ਲੈ ਲਵੇਂਗਾ? ਕ੍ਰਿਸ਼ਨਾ ਦੀਨ ਸਜੀਵ ਪਰਮਾਵੇ। ਤੂੰ ਤਾਂ ਤ੍ਰਿਸ਼ਨਾ ਦੇ ਅਧੀਨ ਹੋਇਆ ਪਿਆ, ਤੂੰ ਤਾਂ ਤ੍ਰਿਸ਼ਨਾ ਦੇ ਵਸ ਹੋਇਆ ਪਿਆ। ਉਹ ਤ੍ਰਿਸ਼ਨਾ ਦੇ ਵਸ ਹੋਣ ਕਰਕੇ ਹੀ ਪਰਮਾਵੇ ਉਹ ਤੈਨੂੰ ਪਰਮਾ ਰਹੀ ਹੈ, ਤੂੰ ਭਟਕ ਰਿਹਾ ਹੈ। ਮ੍ਰਿਗ ਤ੍ਰਿਸ਼ਨਾ ਤੁਸੀਂ ਨਾਮ ਸੁਣਿਆ, ਮ੍ਰਿਗ ਤ੍ਰਿਸ਼ਨਾ। ਔਰ ਜਦੋਂ ਆਪਾਂ ਜਾਈਏ ਰੇਤਲੇ ਅਸਥਾਨ ਤੇ ਜਦੋਂ ਸੂਰਜ ਸਿਖਰ ਤੇ ਚੜਿਆ ਹੋਵੇ, ਉਹਦੀਆਂ ਕਿਰਨਾਂ ਰੇਤ ਤੇ ਪੈਂਦੀਆਂ ਨੇ, ਇਦਾਂ ਲੱਗਦਾ ਜਿਵੇਂ ਪਾਣੀ ਹੈ। ਹਿਰਨ ਦੌੜਿਆ ਜਾਂਦਾ ਪਿਆਸ ਵਿੱਚ ਕਿ ਮੈਂ ਪਾਣੀ ਪੀ ਕੇ ਪਿਆਸ ਬੁਝਾਵਾਂ, ਤੇ ਜਦੋਂ ਉਹ ਦੌੜ ਕੇ ਬੜੀ ਮੁਸ਼ਕਲ ਨਾਲ ਪਹੁੰਚਦਾ ਹੈ, ਪਤਾ ਲੱਗਦਾ ਉੱਥੇ ਕੁਝ ਵੀ ਨਹੀਂ ਹੈ, ਅੱਗੇ ਦੇਖਦਾ ਹੋਰ, ਉਹਨੂੰ ਫਿਰ ਨਜ਼ਰ ਆਉਂਦਾ ਪਾਣੀ। ਬਸ ਇਹ ਮ੍ਰਿਗ ਤ੍ਰਿਸ਼ਨਾ ਇਹਨੂੰ ਦੜਾਈ ਰੱਖਦੀ ਹੈ। ਸਾਡੇ ਅੰਦਰ ਵੀ ਸਹਿਸ ਘਟੇ ਲੱਖ ਕੋ ਘਟਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਹਾਰੇ ਕਹਿੰਦੇ ਤੂੰ ਤ੍ਰਿਸ਼ਨਾ ਦੇ ਅਧੀਨ ਹੈ, ਉਹ ਇਹ ਤ੍ਰਿਸ਼ਨਾ ਦੇ ਅਧੀਨ ਹੋ ਕੇ ਹੀ ਭਟਕ ਰਿਹਾ ਹੈ। ਇਸ ਪ੍ਰਕਾਰ ਕੀ ਸੁਣ ਕਰਬਾਣੀ। ਜਦੋਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਭੰਗਰਨਾਥ ਨੇ ਸੁਣੇ ਹਨ। ਸ਼ੰਭੂਨਾਥ ਬੜੇ ਬੜੇ ਮਾਨੀ। ਭੰਗਰਨਾਥ ਨੂੰ ਤੇ ਬੋਲ ਕੋਈ ਨਹੀਂ ਆਇਆ ਕੋ, ਸ਼ੰਭੂਨਾਥ ਕੋਲ ਨਾਲ ਖਲੋਤਾ ਸੀ, ਇਹ ਵੀ ਹੰਕਾਰ ਨਾਲ ਭਰਿਆ ਪਿਆ। ਭੰਗਰਨਾਥ ਨੂੰ ਤੇ ਕੋਈ ਜਵਾਬ ਨਹੀਂ ਆਇਆ। ਸ਼ੰਭੂਨਾਥ ਭਇਓ ਬੜ ਮਾਨੀ, ਇਹ ਵੀ ਬੜਾ ਵੱਡਾ ਹੰਕਾਰ ਨਾਲ ਭਰਿਆ ਹੈ। ਵਿਆਦੇ ਜਗ ਕੋ ਸ਼ਕਤ ਦਿਖਾਈ। ਇਹ ਵੀ ਹੰਕਾਰ ਦੇ ਵਿੱਚ ਬੋਲਿਆ, ਕਹਿੰਦੇ ਦਾ ਨਾਨਕ ਤਬਾ ਜੀ ਤੁਸੀਂ ਜਗਤ ਨੂੰ ਕਿਹੜੀਆਂ ਸ਼ਕਤੀਆਂ ਵਿਖਾਉਂਦੇ ਰਹੇ ਹੋ? ਹਾਲਾਂਕਿ ਗੁਰੂ ਸਾਹਿਬ ਨੇ ਕਰਾਮਾਤ ਨੂੰ ਕਹਿਰ ਦਾ ਨਾਮ ਦਿੱਤਾ ਹੈ। ਜੇ ਸ਼ਕਤੀਆਂ ਵਿਖਾਉਣੀਆਂ ਹੁੰਦੀਆਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਵੀ ਕਦੇ ਵੀ ਤਤੀ ਤਵੀ ਜਿਹੜੀ ਆ ਉਹ ਕਦੇ ਤਪਦੀ ਹੋਈ ਨਾ, ਰੇਤ ਕਦੇ ਸੜਦੀ ਹੋਈ ਨਾ, ਪਾਣੀ ਕਦੇ ਉਬਲਦਾ ਹੀ ਨਾ। ਜੇ ਕਿਸੇ ਗੁਰੂ ਸਾਹਿਬ ਆਪਣੀ ਪਾਵਰ ਦਿਖਾਉਣੀ ਹੁੰਦੀ ਤਾਂ ਉਹ ਤਾਂ ਰਜ਼ਾ ਦੇ ਵਿੱਚ ਤੁਰਿਆ, ਪਾਣੀ ਵਿੱਚ ਤੁਰਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਅਨੰਦਪੁਰ ਸਾਹਿਬ ਕਦੇ ਛੱਡਣਾ ਹੀ ਨਹੀਂ ਸੀ ਪੈਣਾ। ਜੇ ਤੁਸੀਂ ਆਪਣੀ ਤਾਕਤ ਪਾਵਰ ਦਿਖਾਣੀ ਹੁੰਦੀ ਤਾਂ, ਜੇ ਗੁਰੂ ਤੇਗ ਬਹਾਦਰ ਸਾਹਿਬ ਪਾਵਰ ਦਿਖਾਣੀ ਹੁੰਦੀ ਤਾਂ ਤੁਹਾਡੇ ਨਾਲ ਕਦੇ ਸੀਸ ਅਲੱਗ ਹੋਣਾ ਹੀ ਕੋਈ ਨਹੀਂ ਸੀ। ਉਹ ਜਿੰਨੇ ਮਰਜ਼ੀ ਵਾਰ ਕਰ ਲੈਂਦਾ। ਪਰ ਗੱਲ ਤੇ ਕਰਾਮਾਤ ਨੂੰ ਕਹਿਰ ਦਾ ਨਾਮ ਦਿੱਤਾ ਹੈ। ਇੱਥੇ ਕਹਿੰਦੇ ਕਿ ਤੁਸੀਂ ਬੜੀ ਲੋਕਾਂ ਨੂੰ ਸ਼ਕਤੀ ਵਿਖਾਉਂਦੇ ਹੋ, ਮੈਂ ਦਿਖਾਏ ਬਿਲ ਕਿਉਂ ਲਾਈ। ਸਾਨੂੰ ਤਾਂ ਕੋਈ ਦਿਖਾਈ ਨਹੀਂ, ਸਾਨੂੰ ਦਿਖਾਉਣ ਵਿੱਚ ਇੰਨੀ ਦੇਰੀ ਕਿਉਂ ਲਾ ਰਹੇ ਹੋ? ਜੇ ਤੁਹਾਡੇ ਕੋਲ ਕੋਈ ਪਾਵਰ ਹੈ ਤਾਂ ਸਾਨੂੰ ਦਿਖਾਉਣਾ ਕਰੋ। ਮੈਂ ਤੁਮਾ ਦੁਰੋ ਕੋਜ ਸਮਝਾਵੇ। ਜਾਓ ਜਾ ਕੇ ਛੁਪ ਜਾਓ ਕਿਤੇ, ਅਸੀਂ ਤੁਹਾਨੂੰ ਆਪਣੀ ਤਾਕਤ ਨਾਲ ਆਪਣੀ ਸ਼ਕਤੀਆਂ ਨਾਲ ਖੋਜ ਕੇ ਲੱਭ ਕੇ ਲੈ ਆਵਾਂਗੇ। ਤੂੰ ਹਮਾ ਧਰਨਾਥ ਨਾ ਆਵੇ। ਨਾ ਤੂੰ ਮੈਨੇ ਨਹੀਂ ਤਾਂ ਇਹ ਸ਼ੰਭੂਨਾਥ ਬੋਲਿਆ ਹੰਕਾਰ ਚ ਨਹੀਂ ਤਾਂ ਇਦਾਂ ਕਰੋ, ਅਸੀਂ ਛੁਪ ਜਾਂਦੇ ਆ ਤੇ ਤੁਸੀਂ ਸਾਨੂੰ ਲੱਭ ਕੇ ਦਿਖਾ ਦਿਓ। ਪਤਾ ਲੱਗ ਜਾਏਗਾ ਵੀ ਕਿਹਦੇ ਕੋਲ ਪਾਵਰ ਜ਼ਿਆਦਾ ਹੈ। ਜਾਂ ਤੇ ਅਸੀਂ ਛੁਪਦੇ ਹਾਂ ਤੁਸੀਂ ਲੱਭ ਕੇ ਦਿਖਾ ਦਿਓ, ਤੇ ਜਾਂ ਫਿਰ ਤੁਸੀਂ ਛੁਪ ਜਾਓ ਅਸੀਂ ਲੱਭ ਕੇ ਦਿਖਾ ਦਿੰਦੇ ਆ। ਇਹ ਗੱਲ ਕਲੀਅਰ ਹੋ ਜਾਏਗੀ ਕਿ ਪਾਵਰ ਕਿਹਦੇ ਕੋਲ ਹੈ। ਦੋਹਰਾ ਗੁਰੂ ਕਹੇ ਤੁਮੇ ਜਗਤ ਉਹ ਦਿਖਾਵਣ ਹਾਰਾ। ਸਾਰੇ ਕਹਿੰਦੇ ਅਸੀਂ ਕੋਈ ਸ਼ਕਤੀਆਂ ਨਹੀਂ ਦਿਖਾਉਂਦੇ, ਅਸੀਂ ਕੋਈ ਕਰਾਮਾਤਾਂ ਨਹੀਂ ਦਿਖਾਉਂਦੇ, ਅਸੀਂ ਤੇ ਉਹਦੇ ਹੁਕਮ ਵਿੱਚ ਤੁਰਦੇ ਆ। ਉਹਦੇ ਹੁਕਮ ਦੇ ਵਿੱਚ ਸੱਚ ਦੀ ਗੱਲ, ਸੱਚ ਸੁਣਾਈ ਸੀ ਸੱਚ ਦੀ ਵੇਲਾ ਸੱਚ ਦੀ ਗੱਲ ਕਰਦੇ ਆ। ਭਾਵੇਂ ਕੋਈ ਵੀ ਪ੍ਰਾਣੀ ਕਿਸੇ ਧਰਮ ਦਾ ਹੋਵੇ, ਅਸੀਂ ਉਹਦੇ ਹੁਕਮ ਵਿੱਚ ਤੁਰਨਾ ਸਿਖਾਉਂਦੇ ਆ। ਇਹ ਸ਼ਕਤੀਆਂ ਤਾਂ ਤੁਸੀਂ ਦਿਖਾਉਂਦੇ ਹੋ, ਇਸ ਲਈ ਤੁਸੀਂ ਆਪਣੀਆਂ ਤਾਕਤਾਂ ਸ਼ਕਤੀਆਂ ਵਿਖਾਓ। ਅਸੀਂ ਦੇਖਾਂਗੇ ਵੀ ਕਿੰਨੀ ਕੁ ਤੁਹਾਡੇ ਅੰਦਰ ਇਹ ਪਾਵਰ ਹੈ, ਕਿੰਨੀਆਂ ਕੁ ਰੀਤੀਆਂ ਸਦੀਆਂ ਦੀ ਤੁਸੀਂ ਤਾਕਤ ਰੱਖ ਕੇ ਇੰਨਾ ਮਾਣ ਹੰਕਾਰ ਕਰੀ ਬੈਠੇ ਹੋ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅੱਗੇ ਇਤਿਹਾਸ ਵਿੱਚ ਕੀ ਖੇਡ ਵਰਤਣੀ ਹੈ ਉਹ ਅਗਲੇ ਸਮੇਂ 'ਚ ਸਮਝਣ ਦਾ ਯਤਨ ਕਰਾਂਗੇ। ਸਮਾਂ ਸਮਾਪਤ ਹੈ।
ਗੁਰੂ ਸਾਹਿਬ ਕਿਰਪਾ ਕਰਨ ਇੱਥੇ ਕਦੇ ਮਾਣ ਹੰਕਾਰ ਨਾਲ ਭਰ ਕੇ ਨਾ ਆਈਏ, ਨਿਮਰਤਾ ਤੇ ਪਿਆਰ ਨਾਲ ਝੁੱਕ ਕੇ ਆਈਏ ਤਾਂ ਬੜੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੇ ਘਰ ਚੋਂ ਸਾਨੂੰ ਮਿਲਣਗੀਆਂ। ਇੱਥੇ ਅਸੀਂ ਗੋਲੇ ਬਣਨ ਲਈ ਆਏ ਹਾਂ ਤੇ ਗੋਲੇ ਹੀ ਬਣ ਕੇ ਬਖਸ਼ਿਸ਼ਾਂ ਰਹਿਮਤਾਂ ਮਿਲਣੀਆਂ ਨੇ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਕਰ ਕੇ ਗੋਲੇ। तुम्हारी शरण तुम्हारी आशा, तुम्हारी शरण तुम्हारी आशा, तुम्हारी शरण तुम्हारी आशा, तुम्हारी शरण तुम्हारी आशा। तुम ही सजन सुहेले, तुम ही सजन सुहेले, तुम ही सजन सोहेले, तुम ही सजन सोहेले। राखो राखन हार दयाला, राखो राखन हार दयाला, राखो राखन हार दयाला, राखो राखन हार दयाला। नानक घर के गोले, नानक घर के गोले, नानक कर के गोले, नानक कर के गोले। ਗੁਰੂ ਪਾਤਸ਼ਾਹ ਜੀ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਬਾਣੀ ਬਾਣੀ ਦੇ ਧਾਰਨੀ ਬੜੀਆਂ ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਵੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਦੀਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।